ਨਵਜੋਤ ਸਿੰਘ ਸਿੱਧੂ ਦਾ ਸਿੱਧਾ ਜਿਹਾ ਇਸ਼ਾਰਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਮੈਨੂੰ ਉਸ ਜਿਹੜੀ ਤਾਲਮੇਲ ਕਮੇਟੀ ਦੇ ਆਗੂ ਵਜੋਂ ਮਨਜ਼ੂਰ ਨਹੀਂ ਜੀ ਕਿ 7000 ਜੇ ਸਸਤੀ ਮਿਲਦੀ ਉਹ ਤਾਂ ਲੈਣੀ ਚਾਹੀਦੀ ਹੈ। ਤੁਸੀਂ ਸਾਰੇ ਸਮਝੌਤੇ ਨਹੀਂ ਰੱਦ ਕਰਨੇ, ਜਿਹੜੇ ਮਹਿੰਗੇ ਹੋਏ ਨੇ ਉਹ ਤੇ ਰੱਦ ਕਰੋ। ਕਿ ਇਹ ਕੋਈ ਓਲੰਪਿਕਸ ਥੋੜਾ ਹੋਣੀਆਂ ਨੇ। ਕਿਸਾਨ ਹੈ, ਕਿਸਾਨ ਖੇਤਾਂ ਵਿੱਚ ਕੰਮ ਕਰਦਾ ਹੈ ਤੇ ਕਿਸਾਨ ਨੇ ਕੋਈ ਇਹ ਥੋੜੋ ਦੇਖਣਾ ਹੈ ਕਿ ਉੱਥੇ ਜਾ ਕੇ ਕੋਈ ਵੱਡੇ ਵੱਡੇ ਸੋਫੇ ਲੱਗੇ ਹੋਣ ਤੇ ਮੇਰੇ ਲਈ ਕੋਈ ਬਹੁਤ ਵੱਡਾ ਸਿਸਟਮ ਹੋਵੇ। ਤੇ ਜ਼ਮੀਨ ਤੇ ਬੈਠਣ ਵਾਲੇ ਲੋਕ ਨੇ, ਜ਼ਮੀਨ ਦੇ ਵਿੱਚ ਰਹਿਣ ਵਾਲੇ ਮਿੱਟੀ ਦੇ ਵਿੱਚ ਬਹਿ ਜਾਣਗੇ। ਮੁਜ਼ੱਫਰਨਗਰ ਵੈਸੇ ਬਦਨਾਮ ਹੈ ਕੁਝ ਕਾਰਨਾਂ ਕਰਕੇ। ਉੱਥੇ ਹਿੰਦੂ ਮੁਸਲਿਮ ਦੰਗੇ ਜਿਹੜੇ ਨੇ ਕਈ ਵਾਰ ਭੜਕ ਪੈਂਦੇ ਨੇ ਜਿਨ੍ਹਾਂ ਕਾਰਨ ਬਦਨਾਮੀ ਹੋ ਜਾਂਦੀ ਉਸ ਜਗ੍ਹਾ। ਯਾਦ ਰੱਖਣ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਨਹੀਂ ਰੈਲੀ, ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ, ਉੱਥੇ ਯੋਗੀ ਸਰਕਾਰ ਦੇ ਉੱਪਰ ਇਹ ਇੱਕ ਵੱਡਾ ਹਮਲਾ ਹੈ ਕਿਸਾਨਾਂ ਦਾ। ਇੱਕ ਕਿਸਮ ਇਹ ਲਫ਼ਜ਼ ਜਿਹੜਾ ਹੈ ਕਾਂਗਰਸ ਵੱਲੋਂ ਵੀ ਤੇ ਹੁਣ ਅਕਾਲੀ ਦਲ ਵੱਲੋਂ ਵੀ ਇਹ ਵਰਤਿਆ ਜਾਣ ਲੱਗਾ ਹੈ ਕਿ ਕਿਸਾਨ ਅੰਦੋਲਨ ਤੇ ਕਿਸਾਨਾਂ ਦੀ ਆੜ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਇਸ ਵਿੱਚ ਬੜੇ ਹੋਏ। ਚਾਈਨਾ ਦਾ ਸੇਬ ਅੱਜ ਕੱਲ੍ਹ ਸ਼ਾਇਦ ਬੰਦ ਹੋਇਆ, ਨਿਊਜ਼ੀਲੈਂਡ ਦਾ ਹੈ, USA ਦਾ ਹੈ, ਇੱਕ ਦੋ ਹੋਰ ਕੰਟਰੀਆਂ ਦਾ। ਉੱਥੋਂ ਸੇਬ ਆ ਕੇ ਇੱਥੇ ਮੰਡੀ 'ਚ ਵਿਕ ਰਹੇ ਨੇ ਤੇ ਭਾਰਤ ਦੇ ਸੇਬ ਨਾਲੋਂ ਦੁੱਗਣੀਆਂ ਕੀਮਤਾਂ ਦੇ ਵੀ ਹੁੰਦੇ ਨੇ ਕਈ ਵਾਰੀ। ਅੱਛਾ, ਉਹ ਕਹਿੰਦੇ ਜੀ ਕਰਾਰ ਹੋਇਆ ਤੇ ਕਰਾਰ ਦੇ ਵਿੱਚ ਸ਼ਿਮਲੇ ਦੇ ਲਾਗੇ 3 ਖਾਸ ਜਗ੍ਹਾ ਤੇ ਵੱਡੀ ਜਾਇਦਾਦ ਦੇ ਟੁਕੜੇ, ਜ਼ਮੀਨ ਦੇ ਟੁਕੜੇ ਅਡਾਨੀ ਗਰੁੱਪ ਨੂੰ ਕੌਡੀਆਂ ਦੇ ਭਾਅ ਵਿੱਚ ਦੇ ਦਿੱਤੇ ਗਏ, ਟੋਕਨ ਮਨੀ ਤੇ ਦੇ ਦਿੱਤੇ ਗਏ। ਜਿੱਥੇ ਕਿਹਾ ਸੀ ਕਿ ਤੁਸੀਂ ਕੋਲਡ ਸਟੋਰੇਜ ਬਣਾਉਣੀ ਹੈ, ਇੱਥੇ ਫਰੂਟ ਹਿਮਾਚਲ ਦਾ ਸਾਂਭਿਆ ਜਾਇਆ ਕਰੇਗਾ, ਤੁਸੀਂ ਆਪਣਾ ਵੀ ਰੱਖੋ। ਅਡਾਨੀ ਵਾਲਿਆਂ ਨੂੰ ਆਖਿਆ ਪਰ 25% ਹਿਮਾਚਲ ਦੇ ਆਮ ਉਤਪਾਦਕਾਂ ਲਈ ਰਿਜ਼ਰਵ ਕਰ ਦਿਓ। ਉਹਨਾਂ ਨੇ ਬੂਹੇ ਬੰਦ ਕੀਤੇ ਹੋਏ ਨੇ। ਆਪਣਾ ਅੰਦਰ ਕੀ ਰੱਖਦੇ ਨੇ ਤੇ ਕਿੱਥੋਂ ਲਿਆ ਕੇ ਰੱਖਦੇ ਨੇ ਇਸ ਗੱਲ ਦਾ ਕਿਸੇ ਨੂੰ ਨਹੀਂ। ਸਰਕਾਰ ਤੋਂ ਫੰਡ ਵੀ ਵਾਹਵਾ ਗੱਫਿਆਂ ਚ ਆਉਂਦੇ ਨੇ ਅਜਿਹੀਆਂ ਸੰਸਥਾਵਾਂ ਨੂੰ, ਕਿਉਂਕਿ ਗਾਈਆਂ ਦੀ ਸਾਂਭ ਸੰਭਾਲ ਕਰਨੀ ਹੁੰਦੀ ਹੈ। ਤੇ ਉਹ 10 ਏਕੜ ਜ਼ਮੀਨ 33 ਸਾਲ ਲਈ ਲੀਜ਼ ਤੇ ਲੈ ਲਈ ਗਈ, ਜਦ ਕਿ ਉਸ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ। ਜਦੋਂ ਤਰਕ ਪੁੱਛੇ ਗਏ ਵਕੀਲ ਨੂੰ ਕਿ ਤੁਹਾਨੂੰ ਕਿੱਥੋਂ ਲੱਗਾ ਕਿ ਇਹ ਇੱਕ ਖਾਸ ਵਰਗ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ, ਕਹਿੰਦੇ ਜੀ ਇਸਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਅਸਲਾਮ ਵਾਲੇਕਮ ਤੋਂ ਕੀਤੀ। ਫਿਰ ਦੇਸ਼ ਦੀਆਂ ਅਦਾਲਤਾਂ ਬਾਕੀ ਵੀ ਬੋਲੀਆਂ ਕਿ ਜੇ ਫੈਸਲੇ ਲੈਣ ਵਾਲੇ ਲੋਕ ਸੁਰੱਖਿਅਤ ਨਹੀਂ ਹੋਣਗੇ, ਫੈਸਲੇ ਕਿਵੇਂ ਸਹੀ ਹੋਣਗੇ। ਬਿਲਕੁਲ, ਕਿਵੇਂ ਫੈਸਲੇ ਸਹੀ ਹੋਣਗੇ। ਪਰ ਤਾਲਿਬਾਨ 2 ਨਾਲ ਸੰਬੰਧ ਕੁਝ ਵੱਖਰੇ ਜਾਪਦੇ ਨੇ ਭਾਰਤ ਕਿ ਤਾਲਿਬਾਨ ਨੂੰ ਅੱਤਵਾਦੀ ਸੰਗਠਨ ਗਰਦਾਨਿਆ ਹੋਇਆ ਸੀ ਭਾਰਤ, ਤੇ ਤਾਲਿਬਾਨ ਨੂੰ ਅਮਰੀਕਾ ਨੇ ਵੀ ਕਹਿ ਦਿੱਤਾ ਸੀ ਕਿ ਅਸੀਂ ਇਹਨਾਂ ਨੂੰ ਅੱਤਵਾਦੀ ਮੰਨਦੇ ਹਾਂ। ਪਰ ਹੁਣ ਅਮਰੀਕਾ ਨੇ ਗੱਲਬਾਤ ਉਹਨਾਂ ਨਾਲ ਦੋਹਾ ਕਤਰ 'ਚ ਸ਼ੁਰੂ ਕੀਤੀ ਤੇ ਸਾਰੀ ਡੀਲ ਦੇ ਤਹਿਤ ਅਮਰੀਕਾ ਉੱਥੋਂ ਨਿਕਲਿਆ। ਭਾਰਤ ਵਾਲਿਆਂ ਦਾ ਵੀ ਬਹੁਤ ਵੱਡੇ ਸਟੇਕ ਨੇ। ਭਾਰਤ ਨੇ ਖਰਚਾ ਬਹੁਤ ਬਿਲੀਅਨਸ ਡਾਲਰ ਉੱਤੇ ਕੀਤਾ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਤੇ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਕੀ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਨਵੀਂ ਪੈਂਤੜੇਬਾਜ਼ੀ? ਆਖਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਿਹੜੇ ਘੁਟਾਲੇ ਵਿੱਚ ਘਿਰ ਗਏ ਨੇ ਤੇ ਮੁਜ਼ੱਫਰਨਗਰ ਦੀ ਮਹਾਪੰਚਾਇਤ ਲਈ ਕੀ ਨੇ ਕਿਸਾਨਾਂ ਦੀਆਂ ਤਿਆਰੀਆਂ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਆਪਣੇ ਮਾਹਿਰ ਮਹਿਮਾਨ ਤੋਂ। ਤੇ ਮੇਰੇ ਨਾਲ ਨੇ ਜੀ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ। ਸਰ, ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ। ਹੁਣ ਤੱਕ ਜਦੋਂ ਦੇ ਉਹ ਪ੍ਰਧਾਨ ਬਣੇ ਨੇ ਉਦੋਂ ਤੋਂ ਕਾਫੀ ਸੁਰਖੀਆਂ ਬਟੋਰਦੇ ਆਏ ਰਹੇ ਨੇ ਤੇ ਹੁਣ ਅੱਜ ਉਹਨਾਂ ਨੇ ਬੀਤੇ ਕੱਲ ਉਹਨਾਂ ਨੇ ਇੱਕ ਨਵੀਂ ਪੈਂਤੜੇਬਾਜ਼ੀ ਸ਼ੁਰੂ ਕੀਤੀ ਹੈ। ਕੀ ਹੈ ਉਹ ਪੈਂਤੜੇਬਾਜ਼ੀ? ਦੇਖੋ, ਸੁਰਖੀਆਂ ਤੇ ਉਹ ਜਦੋਂ ਤੋਂ ਪ੍ਰਧਾਨ ਬਣੇ ਨੇ ਉਦੋਂ ਤੋਂ ਪਹਿਲਾਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਉਹਨਾਂ ਨੇ। ਅਸਲ ਵਿੱਚ ਸੁਰਖੀਆਂ ਵਿੱਚ ਤੇ ਉਦੋਂ ਹੀ ਆ ਗਏ ਜਦੋਂ ਪੰਜਾਬ ਸਰਕਾਰ ਬਣੀ ਜੀ, ਸਿੱਧੂ ਜੀ ਮੰਤਰੀ ਬਣਾਏ ਗਏ ਤੇ ਕੁਝ ਮਹੀਨਿਆਂ ਦੇ ਵਿੱਚ ਮੰਤਰੀ ਮੰਡਲ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਬਿਲਕੁਲ। ਬਿਜਲੀ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਹੋਈ, ਉਹ ਵੀ ਠੁਕਰਾ ਦਿੱਤੀ ਜੀ। ਉਹਨਾਂ ਨੇ ਮੁੱਦਿਆਂ ਤੇ ਗੱਲਬਾਤ ਕਰਨੀ ਮਾੜੀ ਮੋਟੀ ਜਾਰੀ ਰੱਖੀ, ਪਰ ਇੰਨਾ ਵੱਡਾ ਵਿਸਫੋਟ ਕਰਨਗੇ ਉਹ ਚੋਣਾਂ ਦੇ ਲਾਗੇ ਆ ਕੇ, ਚੋਣਾਂ ਤੋਂ 8-9 ਮਹੀਨੇ ਪਹਿਲਾਂ ਜੀ, ਇਹ ਪੰਜਾਬ ਸਰਕਾਰ ਦੇ ਆਗੂਆਂ ਨੂੰ ਇਹ ਉਮੀਦ ਨਹੀਂ ਸੀ। ਘੱਟੋ ਘੱਟ ਪੰਜਾਬ ਕਾਂਗਰਸ ਨੂੰ ਉਮੀਦ ਨਹੀਂ ਸੀ ਜੀ। ਕੇਂਦਰੀ ਹਾਈ ਕਮਾਨ ਨੂੰ ਸ਼ਾਇਦ ਹੋਵੇ ਜੀ, ਕਿਉਂਕਿ ਕੇਂਦਰੀ ਹਾਈ ਕਮਾਨ ਦੇ ਲਗਾਤਾਰ ਸੰਪਰਕ ਦੇ ਵਿੱਚ ਸਨ ਜੀ। ਨਵਜੋਤ ਸਿੰਘ ਸਿੱਧੂ ਮੁੰਬਈ ਜਾਣਾ ਵੀ ਛੁੱਟ ਗਿਆ ਉਹਨਾਂ ਦਾ ਜੀ, ਪਰ ਉਹ ਚਰਚਾ ਵਿੱਚ ਉਦੋਂ ਆ ਗਿਆ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਬਤ। ਬਿਲਕੁਲ। ਜ਼ਾਹਿਰਾ ਤੌਰ ਤੇ ਇਮਰਾਨ ਖਾਨ ਨਾਲ ਉਹਨਾਂ ਦੀ ਨਜ਼ਦੀਕੀ ਕੰਮ ਆਈ ਤੇ ਰਸਤਾ ਖੁੱਲ ਗਿਆ। ਬਿਲਕੁਲ। ਪਰ ਉੱਥੇ ਵੀ ਵਾਦ ਵਿਵਾਦ ਬਣਿਆ ਰਿਹਾ ਨਾਲ। ਬਿਲਕੁਲ। ਹੁਣ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਮੁੱਦਿਆਂ ਦੀ ਗੱਲਬਾਤ ਕੀਤੀ, ਜਿਸ ਤਰ੍ਹਾਂ ਦੀ ਰਾਜਨੀਤੀ ਉਹਨਾਂ ਨੇ ਸ਼ੁਰੂ ਕੀਤੀ ਜੀ, ਉਸ ਤੋਂ ਹਰ ਇੱਕ ਦੀ ਜ਼ੁਬਾਨ ਤੇ ਇਹੋ ਲਫ਼ਜ਼
ਕਿ ਪੰਜਾਬ ਕਾਂਗਰਸ 'ਚ ਹੁਣ ਕੀ ਹੋਵੇਗਾ, ਨਵਜੋਤ ਸਿੰਘ ਸਿੱਧੂ ਦਾ ਕੀ ਹੋਵੇਗਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਕੀ ਹੋਵੇਗਾ ਜਦੋਂ ਆਪਣੀ ਸਰਕਾਰ ਦੇ ਬਾਕੀ ਜਿਹੜੇ ਸੀ ਨਵਜੋਤ ਸਿੰਘ ਸਿੱਧੂ ਖੇਮੇ ਦੇ ਉੱਠ ਕੇ ਖਲੋ ਗਏ ਕਿ ਸਾਨੂੰ ਤੇ ਕੈਪਟਨ ਅਮਰਿੰਦਰ ਸਿੰਘ ਨਹੀਂ ਮਨਜ਼ੂਰ ਨਹੀਂ। ਬਿਲਕੁਲ ਕੈਪਟਨ ਅਮਰਿੰਦਰ ਸਿੰਘ ਨਹੀਂ ਮਨਜ਼ੂਰ ਤੇ ਉਹ ਭੱਜੇ ਰਾਵਤ ਕੋਲ ਗਏ ਤੇ ਉੱਥੋਂ ਹੀ ਵਾਪਸ ਆਉਣਾ ਪਿਆ। ਅਗਾਂਹ ਕੋਈ ਗੱਲ ਬਣੀ ਨਹੀਂ ਤੇ ਬਾਗੀ ਜਿਹੜੇ 2 ਹਫ਼ਤੇ ਪਹਿਲਾਂ ਬਾਗੀ ਸੀ ਅੱਜ ਵੀ ਬਾਗੀ ਨੇ ਤੇ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਤੇ ਕਾਇਮ ਨੇ ਜੀ। ਸ਼ਕਤੀ ਪ੍ਰਦਰਸ਼ਨ ਉਹਨਾਂ ਨੇ ਵੀ ਕੀਤਾ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਵਾਰੀ-ਵਾਰੀ ਕੀਤਾ। ਤਾਲਮੇਲ ਕਮੇਟੀ ਦੀ ਵਾਰ-ਵਾਰ ਗੱਲ ਕਰਦੇ ਆ ਕਿ ਤਾਲਮੇਲ ਕਮੇਟੀ ਜਿਹੜੀ ਬਣਾਈ ਗਈ ਸੀ ਜਿਸ ਦੇ ਤਹਿਤ ਲੋਕਾਂ ਦੇ ਮਸਲਿਆਂ ਦੇ ਹੱਲ ਕਰਨੇ ਸਨ, ਕੋਈ 18 ਨੁਕਾਤੀ ਪ੍ਰੋਗਰਾਮ ਜਿਹੜਾ ਏਜੰਡਾ ਦਿੱਤਾ ਗਿਆ ਸੀ ਕੇਂਦਰੀ ਹਾਈ ਕਮਾਨ ਵੱਲੋਂ ਉਸ ਨੂੰ ਪੂਰੇ ਕਰਨਾ ਸੀ, ਚੋਣ ਵਾਅਦੇ ਪੂਰੇ ਕਰਨੇ ਸੀ, ਉਹ ਸਾਰਾ ਕੁਝ ਪਿੱਛੇ ਰਹਿੰਦਾ ਜਾਪ ਰਿਹਾ। ਨਵਜੋਤ ਸਿੰਘ ਸਿੱਧੂ ਉਸ ਤਾਲਮੇਲ ਕਮੇਟੀ ਦੇ ਵਿੱਚ ਸਨ, ਉਸ ਤਾਲਮੇਲ ਕਮੇਟੀ ਦੇ ਆਗੂ ਪਰ ਕੈਪਟਨ ਅਮਰਿੰਦਰ ਸਿੰਘ ਸਨ। ਨਵਜੋਤ ਸਿੰਘ ਸਿੱਧੂ ਇਸੇ ਗੱਲ ਤੋਂ ਖਫਾ ਹੋ ਗਿਆ ਕਿ ਜੇ ਯੂਪੀਏ ਦੀ ਚੇਅਰਪਰਸਨ ਬੀਬੀ ਸੋਨੀਆ ਗਾਂਧੀ ਸੀ ਤੇ ਪ੍ਰਧਾਨ ਮੰਤਰੀ ਦੇ ਡਾਕਟਰ ਮਨਮੋਹਨ ਸਿੰਘ ਸੀ, ਅੱਜ ਵੀ ਕਾਂਗਰਸ ਦੀ ਕਮਾਨ ਜਿਹੜੀ ਆ ਰਾਹੁਲ ਗਾਂਧੀ ਦੇ ਕੋਲ ਹੈ ਤੇ ਕੱਲ ਨੂੰ ਜੇ ਕਾਂਗਰਸ ਵੱਧ ਸੀਟਾਂ ਲੈ ਕੇ ਜਾਂਦੀ ਤੇ ਪ੍ਰਧਾਨ ਮੰਤਰੀ ਦੇ ਵਾਸਤੇ ਚਿਹਰਾ ਵੀ ਉਹੀ ਹੋਣਗੇ ਤੇ ਸੋਨੀਆ ਗਾਂਧੀ ਤੇ ਫਿਰ ਵੀ ਕਾਂਗਰਸ ਦੀ ਹਾਈ ਕਮਾਨ ਦੇਖਦੇ ਨੇ। ਇਸ ਕਰਕੇ ਇੰਨੇ ਜ਼ਿਆਦਾ ਅਹੁਦੇ ਇੱਕ ਵਿਅਕਤੀ ਕੋਲ ਹੋਣੇ ਵਾਜਬ ਨਹੀਂ। ਨਵਜੋਤ ਸਿੰਘ ਸਿੱਧੂ ਦਾ ਸਿੱਧਾ ਜਿਹਾ ਇਸ਼ਾਰਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਮੈਨੂੰ ਉਸ ਜਿਹੜੀ ਤਾਲਮੇਲ ਕਮੇਟੀ ਦੇ ਆਗੂ ਵਜੋਂ ਮਨਜ਼ੂਰ ਨਹੀਂ। ਉਹਨਾਂ ਨੇ ਕਿਹਾ ਕਿ ਪਹਿਲੇ ਦਿਨ ਤੋਂ ਇਸ ਦਾ ਗਠਨ ਨਹੀਂ ਗਲਤ ਹੈ, ਸੋ ਉਸ ਦੇ ਕੰਮ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕਾਂਗਰਸ ਭਵਨ ਦੇ ਵਿੱਚ ਤਾਲਮੇਲ ਕਮੇਟੀ ਕੋਈ ਵਧੀਆ ਠੋਸ ਫੈਸਲਾ ਨਹੀਂ ਲੈ ਸਕੇਗੀ, ਇਹ ਗੱਲ ਤੈਅ ਹੋ ਗਈ। ਹੁਣ ਚੱਲਦੇ ਹਾਂ ਅੱਗੇ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਹੁਦਿਆਂ ਦੀ ਰਾਜਨੀਤੀ ਨਹੀਂ ਹੋਵੇਗੀ, ਮੁੱਦਿਆਂ ਦੀ ਰਾਜਨੀਤੀ ਹੋਵੇਗੀ। ਮੁੱਦੇ ਜਿਹੜੇ ਉਹਨਾਂ ਨੇ ਉਠਾਏ ਵਾਜਬ ਨੇ। ਬਹੁਤ ਵਾਰੀ ਅਸੀਂ ਕਹਿ ਚੁੱਕੇ ਹਾਂ, ਬਿਜਲੀ ਹੈ, ਪਾਣੀ ਹੈ, ਰੇਤ ਹੈ, ਲੈਂਡ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ, ਸਾਰੀਆਂ ਗੱਲਾਂ ਤੇ ਬਿਜਲੀ ਦੀ ਜਿਹੜੀ ਗੱਲ ਹੈ ਬਾਰ-ਬਾਰ ਉਹ ਗੱਲ ਕਰਦੇ ਰਹੇ ਨੇ। ਇਹ ਬਾਗੀ ਜਿਹੜੇ ਬਾਗੀ ਹੋ ਗਏ ਉਹ ਤੇ ਇੱਕ ਪਾਸੇ ਨੂੰ ਨਿਕਲ ਗਏ। ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਖਲੋਏ ਨਹੀਂ, ਜਿਵੇਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਸੀ ਤੇ 15 ਅਗਸਤ ਨੂੰ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਭਾਸ਼ਣ ਦਿੱਤਾ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਉਹ ਪਹਿਲਾਂ ਵਾਲੀ ਚੜ੍ਹਾਈ ਨਹੀਂ ਗਈ। ਨਵਜੋਤ ਸਿੰਘ ਸਿੱਧੂ ਨੇ ਬਿਜਲੀ ਦੇ ਮੌਕੇ ਤੇ ਫੇਰ ਟਵੀਟ ਕਰਨੇ ਸ਼ੁਰੂ ਕਰ ਦਿੱਤੇ, ਬਾਗੀਆਂ ਦਾ ਨਾਮ ਤੱਕ ਨਹੀਂ ਲਿਆ ਤੇ ਨਾ ਇਹ ਆਖਿਆ ਕਿ ਕੈਪਟਨ ਨੂੰ ਹਟਾਓ। ਪਰ ਨਵਜੋਤ ਸਿੰਘ ਸਿੱਧੂ ਇਹ ਕਹਿਣ ਲੱਗ ਪਏ ਕਿ ਬਿਜਲੀ ਸਮਝੌਤੇ ਰੱਦ ਕਰੋ। ਮਤਲਬ ਸਿੱਧੂ ਸੇਫ ਰਾਜਨੀਤੀ ਕਰ ਰਹੇ ਨੇ ਜੀ। ਕੈਪਟਨ ਕਹਿੰਦੇ ਇਹ ਕਿਵੇਂ ਰੱਦ ਹੋਣਗੇ ਜੀ? ਉਹ ਕਹਿੰਦੇ ਜੀ ਇਜਲਾਸ ਬੁਲਾਓ ਤੁਸੀਂ ਵਿਧਾਨ ਸਭਾ ਦਾ 5, 6, 7 ਦਿਨ ਦਾ, ਬਹਿਸ ਕਰੋ, ਬਹਿਸ ਕਰਕੇ ਉੱਥੇ ਅਸੀਂ ਫੈਸਲਾ ਲਵਾਂਗੇ ਤੇ ਜੇ ਵਿਧਾਨ ਸਭਾ ਵਿੱਚ ਪਾਸ ਹੋ ਜਾਂਦਾ ਕਿ ਰੱਦ ਕਰਨੇ ਨੇ ਤੇ ਰੱਦ ਕਰ ਦਿਓ ਜੀ। ਮਾਹਿਰ ਜਿਹੜੇ ਸੀ ਉਹ ਕੈਪਟਨ ਖੇਮੇ ਦੇ, ਉਹਨਾਂ ਨੇ ਰਾਏ ਦੇਣੀ ਸ਼ੁਰੂ ਕਰਤੀ, ਨਹੀਂ ਸਾਨੂੰ ਤੇ ਹਜ਼ਾਰਾਂ ਕਰੋੜ ਹਰਜਾਨੇ ਵਜੋਂ ਦੇਣੇ ਪੈਣਗੇ ਜੇ ਸਮਝੌਤਾ ਰੱਦ ਹੁੰਦਾ ਤੇ ਜੇ ਇੰਨੇ ਸਮਝੌਤੇ ਅਸੀਂ ਰੱਦ ਕਰ ਵੀ ਦਿੱਤੇ ਤੇ ਫਿਰ ਜਿੰਨੀ ਜ਼ਿਆਦਾ ਬਿਜਲੀ ਪੰਜਾਬ ਨੂੰ 14-15 ਹਜ਼ਾਰ ਮੈਗਾਵਾਟ ਚਾਹੀਦੀ ਹੈ, ਕੇਂਦਰੀ ਗ੍ਰਿਡ ਤੋਂ ਇੰਨੀ ਕਿੱਥੋਂ ਮਿਲਣੀ ਹੈ? 7,000 ਮਿਲੇਗੀ ਸਸਤੇ ਰੇਟ ਵੀ, ਤੇ ਬਾਕੀ ਕਿੱਥੋਂ ਲਵਾਂਗੇ? ਪਰ ਗੱਲ ਇਹ ਕਿਆ, ਇਸ ਦੇ ਵਿੱਚੋਂ ਗੱਲ ਨਿਕਲ ਕੇ ਸਾਹਮਣੇ ਆਉਂਦੀ ਜਿਹੜੀ ਆਮ ਵਿਅਕਤੀ ਦੇ ਸਮਝ ਵਿੱਚ ਆਉਣ ਵਾਲੀ ਗੱਲ ਹੈ ਕਿ 7,000 ਜੇ ਸਸਤੀ ਮਿਲਦੀ ਉਹ ਤਾਂ ਲੈਣੀ ਚਾਹੀਦੀ ਹੈ। ਤੁਸੀਂ ਸਾਰੇ ਸਮਝੌਤੇ ਨਹੀਂ ਰੱਦ ਕਰਨੇ, ਜਿਹੜੇ ਮਹਿੰਗੇ ਹੋਏ ਨੇ ਉਹ ਤੇ ਰੱਦ ਕਰੋ। ਜੇ ਸਮਝੌਤੇ ਰੱਦ ਨਹੀਂ ਕਰੇ ਉਹਨਾਂ ਨੂੰ ਦੁਬਾਰਾ ਕਰਨੇ, ਉਹਨਾਂ ਨੂੰ ਦੁਬਾਰਾ ਨੈਗੋਸ਼ੀਏਟ ਤੇ ਕਰੋ। ਪਰ ਕੈਪਟਨ ਅੜ ਗਏ। ਕੈਪਟਨ ਕਹਿੰਦੇ ਨਹੀਂ, ਸਮਝੌਤਿਆਂ ਬਾਰੇ ਇਸ ਤਰ੍ਹਾਂ ਨਹੀਂ ਗੱਲ ਹੋਣਾ। ਨਵਜੋਤ ਸਿੰਘ ਸਿੱਧੂ ਐਵੇਂ ਗੱਲਾਂ ਮਾਰਦਾ ਇਹ ਸਮਝੌਤੇ ਇੰਨੀ ਛੇਤੀ ਇੰਨੇ ਸੌਖੇ ਨਹੀਂ ਰੱਦ ਹੋਣੇ, ਮੈਂ ਗੱਲਬਾਤ ਕੀਤੀ ਹੋਈ ਆ। ਖੈਰ ਉਹ ਗੱਲ ਪਿੱਛੇ ਪੈ ਗਈ। ਵਿਧਾਨ ਸਭਾ ਦਾ ਇਜਲਾਸ ਸਿਰਫ 1 ਦਿਨ ਦਾ ਬੁਲਾਇਆ ਗਿਆ ਜਿਸ ਵਿੱਚ ਇਹਨਾਂ ਮੁੱਦਿਆਂ ਤੇ ਗੱਲਬਾਤ ਵੀ ਨਹੀਂ ਹੋਈ, ਕੋਈ ਸੀਰੀਅਸ ਗੱਲਬਾਤ ਨਹੀਂ ਹੋਈ ਤੇ ਸਾਰੇ ਚੁੱਪ ਕਰਕੇ ਬੈਠ ਗਏ। ਨਵਜੋਤ ਸਿੰਘ ਸਿੱਧੂ ਨੇ ਦੇਖਿਆ ਕਿ ਇੱਧਰ ਗੱਲਬਾਤ ਬਣਦੀ ਨਹੀਂ ਤੇ ਫਿਰ ਹਰੀਸ਼ ਰਾਵਤ ਆ ਗਏ ਚੰਡੀਗੜ੍ਹ। ਹਰੀਸ਼ ਰਾਵਤ ਬਾਗੀਆਂ ਨੂੰ ਮਿਲਣਾ ਚਾਹੁੰਦੇ ਸੀ, ਬਾਗੀ ਕਹਿੰਦੇ ਜੀ ਅਸੀਂ ਤੇ ਗੱਲ ਆਪਣੀ ਕਰ ਦਿੱਤੀ ਹੈ ਤੇ ਦੂਜੀ ਵਾਰੀ ਅਸੀਂ ਕੋਈ ਸਟੋਰੀ ਸੁਣਾਉਣੀ ਹੈ ਕੋਈ ਨਵੀਂ, ਤੇ ਅਸੀਂ ਨਹੀਂ ਮਿਲਣਾ ਜੇ। ਹੁਣ ਉਹ ਕੈਪਟਨ ਨੂੰ ਮਿਲੇ, ਸਿੱਧੂ ਨੂੰ ਮਿਲੇ, ਹੋਰਨਾਂ ਨੂੰ ਮਿਲਦੇ ਰਹੇ ਤੇ ਉਹ ਵੀ ਇੱਥੋਂ ਕੋਈ ਨਤੀਜਾ ਕੱਢ ਕੇ ਨਹੀਂ ਗਏ। ਪਰ ਜਾਣ ਲੱਗੇ ਇੱਕ ਫਾਰਮੂਲਾ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਨੂੰ ਦੇ ਗਏ ਨੇ। ਉਸ ਤੋਂ ਹੁਣ ਇਹ ਜਾਪਦਾ ਹੈ ਕਿ ਤੁਸੀਂ ਇਸ ਦਾ ਜਥੇਬੰਦਕ ਢਾਂਚਾ ਦੁਬਾਰਾ ਕਾਇਮ ਕਰੋ ਕਾਂਗਰਸ ਦਾ। ਕੀ ਕਰਨਾ ਹੈ? ਕਹਿੰਦੇ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਨੇ ਤੇ ਥਾਂ ਗਏ ਨੇ ਪੰਜਾਬ ਵਿੱਚ, ਕਿਤੇ ਮੱਥਾ ਟੇਕਣ ਗਏ ਨੇ, ਕਿਤੇ ਲੋਕਾਂ ਨੂੰ ਮਿਲਣ ਗਏ ਨੇ, ਜਥੇਬੰਦਕ ਢਾਂਚਾ ਉਹਨਾਂ ਦੇ ਨਾਲ ਤੁਰਿਆ ਨਹੀਂ, ਸਥਾਨਕ ਆਗੂ ਤੁਰੇ ਨਹੀਂ ਤੇ ਜਥੇਬੰਦਕ ਢਾਂਚਾ ਸਹੀ ਮਾਇਨਿਆਂ ਦੇ ਵਿੱਚ ਮਜ਼ਬੂਤ ਹੀ ਨਹੀਂ ਸੀ ਜੀ। ਉਹ ਸੀਗਾ ਹੀ ਨਹੀਂ, ਮੌਜੂਦ ਵੀ ਨਹੀਂ ਸੀ ਤੇ ਮਜ਼ਬੂਤ ਵੀ ਨਹੀਂ ਸੀ। ਹੁਣ ਮੌਜੂਦ ਕਿਉਂ ਨਹੀਂ ਸੀ? ਸੁਨੀਲ ਜਾਖੜ ਨੇ ਕਹਿੰਦੇ 2 ਸਾਲ ਪਹਿਲਾਂ ਪ੍ਰਪੋਜ਼ਲ ਕੇਂਦਰੀ ਹਾਈ ਕਮਾਨ ਨੂੰ ਭੇਜਿਆ ਸੀ ਕਿ ਭਾਈ ਸਾਨੂੰ ਇਸ ਪੱਧਰ ਦਾ ਇੱਕ ਜਥੇਬੰਦਕ ਢਾਂਚਾ ਚਾਹੀਦਾ। ਇਹ ਗੱਲ ਸਾਹਮਣੇ ਬਾਰ-ਬਾਰ ਆਉਂਦੀ ਹੈ
ਕਿ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਬਹੁਤ ਮਜ਼ਬੂਤ ਹੈ, ਇਕਜੁੱਟ ਹੋ ਕੇ ਚੱਲਦਾ ਹੈ, ਕਾਡਰ ਉਹਨਾਂ ਦਾ ਉਹਨਾਂ ਲਈ ਕੰਮ ਕਰਦਾ ਹੈ ਤੇ ਉਹਨਾਂ ਨੂੰ ਕਿਸੇ ਖਾਸ ਇਸ਼ਾਰੇ ਦੀ ਲੋੜ ਨਹੀਂ ਹੁੰਦੀ ਤੇ ਉਹਨਾਂ ਨੂੰ ਜੋ ਉਹਨਾਂ ਦੀ ਹਾਈ ਕਮਾਂਡ ਦਾ ਇਸ਼ਾਰਾ ਹੁੰਦਾ ਹੈ ਅਕਾਲੀ ਦਲ ਦਾ ਸੁਪਰੀਮੋ ਦਾ ਤੇ ਉਹ ਮੰਨ ਜਾਂਦੇ ਨੇ। ਠੀਕ ਹੈ, ਨਹੀਂ ਵੀ ਮੰਨਦੇ ਤੇ ਉਹ ਵਿਚਾਰੇ ਚੁੱਪ ਕਰਕੇ ਬੈਠ ਜਾਂਦੇ ਨੇ। ਬਹੁਤੀ ਵਿਰੋਧਤਾ ਕਿਤੇ ਕਿਤੇ ਹੀ ਹੁੰਦੀ ਹੈ ਤੇ ਕਾਂਗਰਸ ਕੋਲ ਉਹ ਸਿਸਟਮ ਮੌਜੂਦ ਹੀ ਨਹੀਂ ਸੀ, ਹੋਏਗਾ ਕਿਤੇ ਪਰ ਉਹ ਉੱਭਰ ਕੇ ਸਾਹਮਣੇ ਨਹੀਂ ਆਇਆ। ਸੁਨੀਲ ਜਾਖੜ ਨੇ ਸਾਰਾ ਪ੍ਰਪੋਜ਼ਲ ਭੇਜਿਆ ਤੇ ਕੇਂਦਰੀ ਹਾਈ ਕਮਾਂਡ ਨੇ ਉਸ ਪ੍ਰਪੋਜ਼ਲ ਨੂੰ ਜਲਦੀ ਮਨਜ਼ੂਰੀ ਨਹੀਂ ਦਿੱਤੀ, ਜਿਸ ਕਰਕੇ ਇਹ ਬਣਦਾ ਰਹਿ ਗਿਆ। ਤੇ ਹੁਣ ਬੂਹੇ ਬੈਠੀ ਜੰਝ ਤੇ ਵਿੰਨੋ ਕੁੜੀ ਦੇ ਕੰਨ। ਪ੍ਰਗਟ ਸਿੰਘ, ਸੰਗਤ ਸਿੰਘ ਗਿਲਜੀਆਂ ਤੇ ਹੋਰ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਲਾਏ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ, ਉਹਨਾਂ ਨੇ ਸਾਰਿਆਂ ਨੇ ਇਕੱਠੇ ਬੈਠ ਕੇ ਪ੍ਰਗਟ ਸਿੰਘ ਦੇ ਗ੍ਰਹਿ ਵਿੱਚ ਮਸ਼ਵਰਾ ਕੀਤਾ ਕਿ ਭਾਈ ਪਹਿਲਾਂ ਜਥੇਬੰਦਕ ਢਾਂਚਾ ਬਣਾਓ, ਇਹ ਬਣਾਈਏ। ਤੇ ਰਾਵਤ ਕਹਿੰਦੇ ਜਾਂਦੇ ਜਾਂਦੇ ਕੰਨ 'ਚ ਫੂਕ ਮਾਰ ਗਏ ਨੇ ਨਵਜੋਤ ਸਿੰਘ ਸਿੱਧੂ ਦੇ, ਤੁਸੀਂ ਖਾਮੀਆਂ ਬਹੁਤ ਗਿਣਾ ਲਈਆਂ ਸਰਕਾਰ ਦੀਆਂ, ਚੰਗੇ ਕੰਮ ਵੀ ਹੋਏ ਆ ਭਾਈ, ਉਹ ਵੀ ਲੋਕਾਂ ਨੂੰ ਦਸੀਏ ਹੁਣ। ਸੋ ਉਹ ਚੰਗੇ ਕੰਮ ਦੱਸਣ ਲਈ ਜਥੇਬੰਦਕ ਢਾਂਚਾ ਜ਼ਮੀਨੀ ਪੱਧਰ ਤੇ ਕਾਂਗਰਸ ਦਾ ਕੰਮ ਕਰੇਗਾ ਤੇ ਨਵਜੋਤ ਸਿੰਘ ਸਿੱਧੂ ਬਿਜਲੀ ਦੇ ਮਾਮਲੇ ਤੇ ਚੁੱਪ ਰਹਿ ਜਾਣਗੇ ਜਾਂ ਨਹੀਂ ਰਹਿਣਗੇ ਇਹ ਸਮਾਂ ਦੱਸੇਗਾ। ਪਰ ਜਥੇਬੰਦਕ ਢਾਂਚਾ ਆਪਣਾ ਕੰਮ ਕਦੋਂ ਤੋਂ ਸ਼ੁਰੂ ਕਰੇਗਾ ਤੇ ਬਣਾਉਣ ਲੱਗਿਆ ਢਾਂਚਾ ਹਰਪ੍ਰੀਤ ਜੀ ਰਾਤੋਂ ਰਾਤ ਨਹੀਂ ਢਾਂਚੇ ਬਣਦੇ। ਜੇ ਤੁਸੀਂ ਇੱਕ ਧਿਰ ਨੂੰ ਬਣਾ ਦਿੰਦੇ ਹੋ, ਉਹਨੂੰ ਕੋਈ ਅਹੁਦਾ ਪਦਵੀ ਦੇ ਦਿੰਦੇ ਹੋ ਤੇ ਦੂਸਰੇ ਨਾਰਾਜ਼ ਹੋ ਜਾਂਦੇ। ਇਹ ਬਹੁਤ ਸਮਾਂ ਪਾ ਕੇ ਬਣਦੇ ਨੇ ਜਥੇਬੰਦਕ ਢਾਂਚੇ ਇਸ ਤਰ੍ਹਾਂ ਦੇ। ਵੋਟਾਂ ਸਿਰ ਤੇ ਨੇ ਤੇ ਹੁਣ ਜੇ ਕਹਿਣ ਗਿਆ ਹੁਣ ਇੰਨੇ ਕੁ ਮਹੀਨਿਆਂ ਦੇ ਵਿੱਚ ਇਹ ਮਜ਼ਬੂਤ ਜਥੇਬੰਦਕ ਢਾਂਚਾ ਬਣਾ ਲੈਣਗੇ ਤਾਂ ਬੜੀ ਔਖਾ ਜਾਪਦਾ ਹੈ। ਇੱਕ ਹੋਰ ਗੱਲ, ਨਵਜੋਤ ਸਿੰਘ ਸਿੱਧੂ ਲਈ ਵੱਡੀ ਮੁਸ਼ਕਿਲ ਇਹ ਸੀ ਕਿ ਜਿਹੜੇ 60 ਜਾਂ 61 ਵਿਧਾਇਕ ਜਾਂ ਮੰਤਰੀ ਉਹਨਾਂ ਦੇ ਨਾਲ ਗਏ ਸ੍ਰੀ ਦਰਬਾਰ ਸਾਹਿਬ ਮੱਥਾ ਵੀ ਟੇਕਣ ਗਏ ਨੇ, ਉਹਨਾਂ ਵਿੱਚੋਂ ਬਹੁਤਿਆਂ ਬਾਰੇ ਇਹ ਇਲਜ਼ਾਮ ਲੱਗਦੇ ਰਹੇ ਨੇ ਕਿ ਉਹਨਾਂ ਦਾ ਅਕਸ ਵੀ ਬਹੁਤਾ ਸਾਫ਼ ਸੁਥਰਾ ਨਹੀਂ। ਠੀਕ ਹੈ ਜੀ, ਉਹ ਸਾਫ਼ ਸੁਥਰਾ ਨਹੀਂ ਤੇ ਇਸ ਦਾ ਮਤਲਬ ਇਹ ਹੋਇਆ ਕਿ ਨਵਜੋਤ ਸਿੰਘ ਸਿੱਧੂ ਜਿਹੜੀਆਂ ਗੱਲਾਂ ਕਰਦੇ ਨੇ ਕਿ ਅਗਲੀਆਂ ਇਲੈਕਸ਼ਨਾਂ ਫਿਰ ਉਹਨਾਂ ਨਾ ਸਾਫ਼ ਸੁਥਰੇ ਅਕਸ ਵਾਲੇ ਲੋਕਾਂ ਨੂੰ ਨਾਲ ਲੈ ਕੇ ਇਲੈਕਸ਼ਨਾਂ ਫਾਈਟ ਕਰਨੀਆਂ ਨੇ, ਫਿਰ ਉਹ ਕੀ ਜਵਾਬਦੇਹੀ ਹੋਵੇਗੀ ਲੋਕਾਂ ਨੂੰ। ਇੱਥੇ ਵੀ ਕਹਿੰਦੇ ਰਾਵਤ ਨੇ ਇੱਕ ਗੱਲ ਕੀਤੀ ਹੈ, ਨਵਜੋਤ ਸਿੰਘ ਸਿੱਧੂ ਉਸ ਲਾਈਨ ਤੇ ਚੱਲਣ ਵਾਲੇ ਨੇ ਕਿ ਇਸ ਤਰ੍ਹਾਂ ਦਾ ਢਾਂਚਾ ਬਣਾਓ ਜਿੱਥੇ ਹਮਖਿਆਲੀ ਲੋਕ ਹੋਣ ਤੇ ਸਾਫ਼ ਸੁਥਰੇ ਅਕਸ ਵਾਲੇ ਲੋਕਾਂ ਨੂੰ ਅਗਲੇ ਵੋਟਾਂ ਤੱਕ ਤਿਆਰ ਕਰਕੇ ਲਿਆਂਦਾ ਜਾ ਸਕੇ। ਪਰ ਜਿਸ ਤਰ੍ਹਾਂ ਦੀਆਂ ਸਾਡੀਆਂ ਤਿਆਰੀਆਂ ਹੁੰਦੀਆਂ ਨੇ, ਜਿਸ ਤਰ੍ਹਾਂ ਦਾ ਅਸੀਂ ਕੰਮ ਕਰਦੇ ਹਾਂ, ਜਿੰਨੀ ਕੁ ਸਾਡੇ 'ਚ ਤੇਜ਼ੀ ਹੈ ਤੇ ਜਿੰਨੇ ਪੰਕਚੁਅਲ ਆ ਅਸੀਂ, ਉਸ ਤੋਂ ਇਹ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ ਤੇ ਸੌਖਾ ਵੀ ਹੈ। ਸੌਖਾ ਇਸ ਤਰ੍ਹਾਂ ਕਿ ਇਹ ਬਣੇਗਾ ਨਹੀਂ ਇੰਨੀ ਛੇਤੀ। ਮੁਸ਼ਕਲ ਇਹ ਹੈ ਕਿ ਸ਼ਾਇਦ ਕੋਈ ਇਸ ਤਰ੍ਹਾਂ ਦੀ ਗਿੱਦੜ ਸਿੰਘੀ ਇਹਨਾਂ ਦੇ ਕੋਲ ਹੋਵੇ, ਹਾਈ ਕਮਾਂਡ ਦੇ ਕੋਲ ਜਾਂ ਪੰਜਾਬ ਦੇ ਜਾਂ ਕਾਂਗਰਸੀਆਂ ਕੋਲ ਜਾਂ ਪ੍ਰਗਟ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਕੋਲ, ਜਿਸ ਨਾਲ ਇਹ ਕਰਨ ਭਾਈ ਅਸੀਂ ਤਿਆਰ ਕਰ ਰਿਹਾ, ਆਹ ਦੇਖੋ ਹੁਣ ਅਸੀਂ ਕੰਮ ਕਰਾਂਗੇ। ਪਰ ਮੈਨੂੰ ਲੱਗਦਾ ਹੈ ਜਿਹੜੀ ਇਹ ਕੰਨ 'ਚ ਫੂਕ ਮਾਰ ਕੇ ਗਏ ਨੇ ਰਾਵਤ ਸਾਹਿਬ ਕਿ ਮੁੱਦੇ ਜਿਹੜੇ ਕੰਮ ਕੀਤੇ ਨੇ ਉਹ ਗਿਣਾਓ, ਜਿਹੜੀਆਂ ਹੁਣ ਬਦਖੋਈਆਂ ਤੁਸੀਂ ਬਹੁਤ ਕਰ ਲਈਆਂ, ਇਹ ਲੋਕਾਂ ਦੇ ਹੱਥ 'ਚ ਹੁਣ ਫੈਸਲਾ ਹੋਵੇਗਾ ਕਿ ਕਿਹੜਾ ਪਾਸਾ ਭਰਾ ਹੈ, ਉਸ ਹਿਸਾਬ ਨਾਲ ਫਿਰ ਲੋਕ ਵੋਟਾਂ ਪਾਉਣਗੇ। ਨਵਜੋਤ ਸਿੰਘ ਸਿੱਧੂ ਦਾ ਜਥੇਬੰਦਕ ਢਾਂਚੇ ਦਾ ਉਹਦੀ ਤਿਆਰੀ ਕਰਨ ਲਈ ਬਿਲਕੁਲ ਫੁੱਲ ਤਿਆਰ ਬੈਠੇ ਨੇ। ਤੇ ਹੁਣ ਅਸੀਂ ਗੱਲ ਕਰ ਲੈਂਦੇ ਕਿ ਮੁਜ਼ੱਫਰਨਗਰ ਦੇ ਵਿੱਚ ਵੀ ਜਿਹੜੀ ਕਿਸਾਨਾਂ ਦੀ ਮਹਾ ਪੰਚਾਇਤ ਹੋਣੀ ਹੈ, ਉਹਦੇ ਲਈ ਕਿਸਾਨਾਂ ਦੀ ਤਿਆਰੀ ਕੀ ਚੱਲ ਰਹੀ ਹੈ, ਇਹ ਸਾਰੀਆਂ ਗੱਲਾਂ ਕਰਾਂਗੇ ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਕੁਲਦੀਪ ਜੀ, ਅਸੀਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ ਕਿ ਜਿਹੜੀ ਕਿਸਾਨਾਂ ਦੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਮੁਜ਼ੱਫਰਨਗਰ ਦੇ ਵਿੱਚ, ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਦੀ ਕਿੰਨੀ ਕੁ ਤਿਆਰੀ ਹੋ ਚੁੱਕੀ ਹੈ? ਕਿਸਾਨਾਂ ਦੀ ਤਿਆਰੀ ਬਹੁਤ ਹੈ ਜੀ, ਇਸ ਤਰੀਕੇ ਨਾਲ ਕਿ ਇਹ ਕੋਈ ਓਲੰਪਿਕਸ ਥੋੜਾ ਹੋਣੀਆਂ ਨੇ। ਕਿਸਾਨ ਹੈ, ਕਿਸਾਨ ਖੇਤਾਂ ਵਿੱਚ ਕੰਮ ਕਰਦਾ ਹੈ ਤੇ ਕਿਸਾਨ ਨੇ ਕੋਈ ਇਹ ਥੋੜ੍ਹਾ ਦੇਖਣਾ ਹੈ ਕਿ ਉੱਥੇ ਜਾ ਕੇ ਕੋਈ ਵੱਡੇ ਵੱਡੇ ਸੋਫੇ ਲੱਗੇ ਹੋਣ ਤੇ ਮੇਰੇ ਲਈ ਕੋਈ ਬਹੁਤ ਵੱਡਾ ਸਿਸਟਮ ਹੋਵੇ। ਤੇ ਜ਼ਮੀਨ ਤੇ ਬੈਠਣ ਵਾਲੇ ਲੋਕ ਨੇ, ਜ਼ਮੀਨ ਦੇ ਵਿੱਚ ਰਹਿਣ ਵਾਲੇ ਮਿੱਟੀ ਦੇ ਵਿੱਚ ਬਹਿ ਜਾਣਗੇ। ਕਿਤੇ ਪਾਣੀ ਮਿਲ ਗਿਆ ਤਾਂ ਪੀ ਲੈਣਗੇ, ਨਹੀਂ ਤੇ 2 ਦਿਨ ਭੁੱਖੇ ਵੀ ਕੱਟਣੇ ਪਏ ਤੇ ਕੱਟ ਲੈਣਗੇ, ਨਹੀਂ ਤੇ ਪਾਣੀ ਦੀਆਂ ਬੁਛਾੜਾਂ ਸਰਕਾਰ ਦੀਆਂ ਪੈ ਜਾਣਗੀਆਂ ਤੇ ਉਹ ਵੀ ਪੈ ਲੈਣਗੇ। ਜੀ ਬਿਲਕੁਲ। ਸੋ ਕਿਸਾਨ ਮੁਸ਼ਕਲਾਂ ਨੂੰ ਝੱਲਣਾ ਜਾਣਦੇ ਨੇ। ਮੁਜ਼ੱਫਰਨਗਰ ਪੰਜਾਬ ਤੋਂ ਜੇ ਨਿਕਲਣਾ ਹੋਵੇ ਅੰਬਾਲੇ ਵੱਲ ਦੀ ਸਾਈਡ ਨੂੰ, ਜਾਂ ਕਿਤੇ ਅਗਾਂਹ ਤੋਂ ਕਰਨਾਲ ਤੋਂ ਮੁੜਨਾ ਹੋਵੇ, ਜਾਂ ਅੰਬਾਲੇ ਤੋਂ ਯਮੁਨਾ ਨਗਰ ਵਾਲੀ ਸਾਈਡ ਵੱਲ ਦੇ ਜਾਣਾ ਹੋਵੇ, ਤੇ ਜਿੰਨਾ ਕੋਈ ਦਿੱਲੀ ਪੈਂਦੀ ਇੰਨਾ ਕੋਈ ਰਸਤਾ ਹੈ ਪੰਜਾਬ ਤੋਂ ਮੁਜ਼ੱਫਰਨਗਰ ਦਾ। ਹੁਣ ਇਹ ਜਿਹੜੀ ਪਹਿਲੀ ਇੰਨੀ ਵੱਡੀ ਪੁਕਾਰ ਹੈ ਮਹਾ ਪੰਚਾਇਤ ਦੀ, ਇਹ ਯੂਪੀ ਦੀ ਧਰਤੀ ਤੇ ਦਿੱਤੀ ਗਈ ਹੈ। ਮੁਜ਼ੱਫਰਨਗਰ ਵੈਸੇ ਬਦਨਾਮ ਹੈ,
ਕੁਝ ਕਾਰਨਾਂ ਕਰਕੇ ਉੱਥੇ ਹਿੰਦੂ ਮੁਸਲਿਮ ਦੰਗੇ ਜਿਹੜੇ ਨੇ ਕਈ ਵਾਰ ਭੜਕ ਪੈਂਦੇ ਨੇ ਜੀ, ਜਿਨ੍ਹਾਂ ਕਾਰਨ ਬਦਨਾਮੀ ਹੋ ਜਾਂਦੀ ਉਸ ਜਗ੍ਹਾ ਦੀ। ਜੀ, ਮੁਜ਼ੱਫਰਨਗਰ ਦੀ ਧਰਤੀ ਤੇ ਸਭ ਤੋਂ ਪਹਿਲਾਂ ਪਹੁੰਚਣੇ ਸ਼ੁਰੂ ਹੋਏ ਨੇ ਯੂਪੀ ਵਾਲੇ ਭਰਾ ਜੀ। ਗਾਜ਼ੀਪੁਰ ਬਾਰਡਰ ਤੋਂ ਉਹਨਾਂ ਨੇ ਪਹਿਲੇ ਚਾਲੇ ਪਾ ਦਿੱਤੇ ਨੇ ਇੱਕ ਦਿਨ ਪਹਿਲੇ। ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਆ ਤੇ ਉਧਰੋਂ ਵਹੀਰਾਂ ਕੱਤ ਲਈਆਂ ਨੇ ਲੋਕਾਂ ਨੂੰ। ਪੰਜਾਬ ਦੇ ਵਿੱਚੋਂ ਮੋਟਾ ਜਿਹਾ ਇੱਕ ਅੰਦਾਜ਼ਾ ਕਿ ਸੰਗਰੂਰ ਦੇ ਵਿੱਚੋਂ ਇੱਕ ਜਥੇਬੰਦੀ ਦੀ ਮੈਂ ਗੱਲ ਕਰਦਾ ਜੀ, ਉਹਨਾਂ ਨੇ ਤਕਰੀਬਨ 80 ਬੱਸਾਂ ਜਿਹੜੀਆਂ ਨੇ ਬੁੱਕ ਕੀਤੀਆਂ ਨੇ, ਜਿਨ੍ਹਾਂ ਵਿੱਚੋਂ ਇਕੱਲੀਆਂ 30 ਬੱਸਾਂ ਸੰਗਰੂਰ ਜ਼ਿਲ੍ਹੇ ਵਿੱਚੋਂ ਜਾਣਗੀਆਂ, ਜਿਸ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਨੇ ਜੀ। ਮੁਜ਼ੱਫਰਨਗਰ ਦੇ ਵਿੱਚ ਰੈਲੀ ਹੋਣੀ ਹੈ, ਇੰਟਰ ਕਾਲਜ ਦੀ ਗਰਾਊਂਡ ਦਾ ਜੀ, ਪਰ ਕੇਸ਼ ਕੈਤ ਨੇ ਆਖਿਆ ਕਿ ਇਸ ਦੇ ਨਾਲ 3 ਗਰਾਊਂਡਾਂ ਅਸੀਂ ਹੋਰ ਜੋੜ ਲਈਆਂ ਨੇ ਜੀ, ਤੇ ਰਸਤੇ ਤੇ ਲੰਬੇ, ਕਿਉਂਕਿ ਹੋ ਸਕਦਾ ਹੈ ਕਿ ਕੁਝ ਕਿਸਾਨ ਰੈਲੀ ਵਾਲੀ ਜਗ੍ਹਾ ਤੇ ਪਹੁੰਚ ਹੀ ਨਾ ਸਕਣ। ਜੀ, ਹੁਣੇ ਹੀ ਉੱਥੇ ਪ੍ਰਸ਼ਾਸਨ ਨੇ ਵੱਡੇ ਪੱਧਰ ਤੇ ਸਿਸਟਮ ਜਿਹੜਾ ਆਪਣਾ ਲਾ ਦਿੱਤਾ ਹੈ, ਪੁਲਿਸ ਦਾ ਪਹਿਰਾ ਬਹੁਤ ਹੈ। ਯਾਦ ਰੱਖਣ ਵਾਲੀ ਗੱਲ ਹੈ ਜੀ ਹਰਪ੍ਰੀਤ ਜੀ, ਯਾਦ ਰੱਖਣ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਨਹੀਂ ਰੈਲੀ, ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ, ਬਿਲਕੁਲ ਉੱਥੇ ਯੋਗੀ ਸਰਕਾਰ ਹੈ ਜੀ। ਯੋਗੀ ਸਰਕਾਰ ਦੇ ਉੱਪਰ ਇਹ ਇੱਕ ਵੱਡਾ ਇਹ ਹਮਲਾ ਹੈ ਕਿਸਾਨਾਂ ਦਾ ਇੱਕ ਕਿਸਮ ਦਾ। ਇਹ ਕੋਈ ਸਰੀਰਕ ਹਮਲਾ ਨਹੀਂ ਜੀ, ਪਰ ਉਹਨਾਂ ਤੇ ਵਿਚਾਰਕ ਹਮਲਾ ਹੈ। ਬਿਲਕੁਲ ਉਹਨਾਂ ਤੇ ਇੱਕ ਤਰ੍ਹਾਂ ਦਾ ਕਿਸਾਨਾਂ ਨੇ ਪੂਰਾ ਦਾਅ ਲਾ ਦਿੱਤਾ ਸਾਰਾ ਕੁਝ ਵੀ ਜਿਹੜੀਆਂ ਵਧੀਕੀਆਂ ਸਾਡੇ ਨਾਲ ਹੋਈਆਂ ਨੇ ਤੁਸੀਂ ਹੁਣ ਜਵਾਬ ਦੇਣਾ। ਬਿਲਕੁਲ ਯੋਗੀ ਪ੍ਰਸ਼ਾਸਨ ਇੱਥੇ ਕਿੰਨੇ ਕੁ ਸਹਿਜ ਤੇ ਸੰਜਮ ਨਾਲ ਚੱਲਦਾ ਹੈ ਜੀ, ਇਹ ਵੇਖਣਾ ਬਣਦਾ ਹੈ। ਬਿਲਕੁਲ ਕਿਤੇ ਇਸ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਜਿਸ ਨਾਲ ਕੋਈ ਪੱਖ ਸਰਕਾਰ ਨੂੰ ਜਿਹੜਾ ਹੈ ਉਸ ਦਾ ਨੁਕਸਾਨ ਝੱਲਣਾ ਪੈ ਸਕਦਾ ਤੇ ਕੋਈ ਪੱਖ ਇਹੋ ਜਿਹਾ ਵੀ ਹੋ ਸਕਦਾ ਜਿਸ ਨਾਲ ਕਿਸਾਨਾਂ ਦੀ ਬਦਨਾਮੀ ਵੀ ਹੋ ਸਕਦੀ ਹੈ। ਬਿਲਕੁਲ ਸਤਰਕ ਰਹਿਣਾ ਪਏਗਾ ਕਿਸਾਨਾਂ ਨੂੰ ਵੀ ਤੇ ਸਰਕਾਰ ਨੂੰ ਵੀ ਜੀ। ਹੁਣ ਇਸ ਦੇ ਲਈ ਪ੍ਰਬੰਧ ਜਿਹੜੇ ਕੀਤੇ ਗਏ ਨੇ, ਇੱਕ ਤਾਂ ਹੈ ਕਿ ਮੁਜ਼ੱਫਰਨਗਰ ਦੇ ਆਸ-ਪਾਸ ਦੇ ਜਿੰਨੇ ਗੁਰੂ ਘਰ ਨੇ ਜੀ, ਇੱਕ ਤਾਂ ਸ਼ਹਿਰ ਸਾਰਾ ਬੰਦ ਰਹੇਗਾ ਕੱਲ ਨੂੰ ਜੀ। ਸਾਰੇ ਦੁਕਾਨਦਾਰ ਜਿਹੜੇ ਆਸ-ਪਾਸ ਨੇ ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਲੰਗਰ ਲਾ ਕੇ ਤਿਆਰੀ ਦੁਕਾਨਾਂ ਬੰਦ ਕਰਕੇ ਅੱਗੇ ਅਸੀਂ ਖਾਣ ਪੀਣ ਦਾ ਪ੍ਰਬੰਧ ਰੱਖਾਂਗੇ। ਆਮ ਲੋਕ ਵੀ ਨਾਲ ਨੇ, ਆਮ ਲੋਕ ਵੀ ਨਾਲ ਨੇ ਜੀ। ਪੰਜਾਬ ਤੋਂ, ਹਰਿਆਣੇ ਤੋਂ, ਉੱਤਰਾਖੰਡ ਤੋਂ ਤੇ ਯੂਪੀ ਤੋਂ ਕਿਸਾਨ ਵੱਡੀ ਮਾਤਰਾ ਦੇ ਵਿੱਚ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਕਿਸਾਨ ਆਗੂ ਤੇ ਜਥੇਬੰਦੀਆਂ ਦੇ ਕੁਝ ਛੋਟੀਆਂ ਟੀਮਾਂ ਜਿਹੜੀਆਂ ਹਨ ਉੱਥੇ ਪਹੁੰਚਣਗੀਆਂ। ਸੰਯੁਕਤ ਕਿਸਾਨ ਮੋਰਚੇ ਵਾਲੇ ਇਕੱਠੇ ਹੋ ਕੇ ਚਾਲੇ ਉੱਥੋਂ ਪਾ ਰਹੇ ਨੇ ਤੇ ਕੁਝ ਸੰਸਥਾਵਾਂ ਪੰਜਾਬ ਦੀਆਂ ਜਿਹੜੀਆਂ ਨੇ ਉਹਨਾਂ ਨੇ ਦੱਸਿਆ ਕਿ ਅਸੀਂ ਕੁਰਕਸ਼ੇਤਰ ਦੇ ਲਾਗੇ ਇੱਕ ਕੋਈ ਸੰਸਥਾ ਹੈ ਉਹਨਾਂ ਤੋਂ ਕੋਈ ਜਗ੍ਹਾ ਲੈ ਕੇ ਤੇ ਉਹਨਾਂ ਨੇ ਲੰਗਰ ਦਾ ਸਿਸਟਮ ਲਾਇਆ ਤੇ ਜਦੋਂ ਵਾਪਸੀ ਤੇ ਆਉਣਾ ਰੈਲੀ ਤੇ ਤਾਂ ਉੱਥੇ ਰਾਤ ਰੁਕਣ ਦਾ ਪ੍ਰਬੰਧ ਜਿਹੜਾ ਵੱਡੇ ਪੱਧਰ ਤੇ ਕੁਰਕਸ਼ੇਤਰ ਦੇ ਵਿੱਚ ਕੀਤਾ ਗਿਆ ਜੀ। ਸੋ ਇਸ ਤਰ੍ਹਾਂ ਬਹੁਤ ਵੱਡੇ ਸਹਿਯੋਗ ਦੇ ਨਾਲ ਚੱਲਿਆ ਜਾ ਰਿਹਾ ਜੀ। ਮੁਜ਼ੱਫਰਨਗਰ ਦੀ ਰੈਲੀ ਸਰਕਾਰ ਤੇ ਕੀ ਅਸਰ ਪਾਏਗੀ ਇਸ ਦਾ ਅਜੇ ਪਤਾ ਨਹੀਂ ਜੀ। ਚੋਣਾਂ ਪੰਜਾਬ ਵਿੱਚ ਨੇ, ਜਿਹੜੇ ਮੇਨ ਸੂਬੇ ਨੇ ਜੀ, ਯੂਪੀ ਵਿੱਚ ਤੇ ਉੱਤਰਾਖੰਡ ਵਿੱਚ ਇਕੱਠੀਆਂ ਹੀ ਵੋਟਾਂ ਨੇ ਜੇ ਪੰਜਾਬ ਵਿੱਚ ਹਾਲਾਤ ਕੁਝ ਹੋਰ ਬਦਲੀ ਨਾ ਹੋ ਜਾਣ। ਸੋ ਲੋਕਾਂ ਦੀ ਕਚਹਿਰੀ ਵਿੱਚ ਵੀ ਜਾਣਾ ਕਿਤੇ ਇਹ ਕਿਸਾਨ ਅੰਦੋਲਨ ਯੂਪੀ ਦਾ ਸਿੰਘਾਸਨ ਡਾਵਾਡੋਲ ਨਾ ਕਰ ਦੇਵੇ। ਭਾਰਤੀ ਜਨਤਾ ਪਾਰਟੀ ਨੂੰ ਇਸ ਚੀਜ਼ ਦਾ ਬਹੁਤ ਖਿਆਲ ਰਹੇਗਾ। ਬਿਲਕੁਲ ਕਿਉਂਕਿ ਜਿਵੇਂ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਸਤਾ ਉਹ ਉੱਤਰ ਪ੍ਰਦੇਸ਼ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ ਜੀ। ਜਿਹਦੇ ਕੋਲ ਯੂਪੀ ਹੁੰਦੀ ਹੈ ਸਿਧਾਂਤਕ ਤੌਰ ਤੇ ਪੁਰਾਣੇ ਸਮਿਆਂ ਦੇ ਵਿੱਚ ਅੱਗਾ ਲੱਖੀ ਜਾਂਦੀ ਹੈ, ਉਹਦੇ ਕੋਲ ਹੀ ਕੇਂਦਰ ਸਰਕਾਰ ਹੁੰਦੀ ਹੈ। ਇੰਨੀਆਂ ਜ਼ਿਆਦਾ ਗਿਣਤੀ ਦੇ ਵਿੱਚ ਪੰਜਾਬ ਨਾਲੋਂ ਤਕਰੀਬਨ 6-7 ਗੁਣਾ ਸੀਟਾਂ ਨੇ ਉੱਥੇ ਜੀ। ਲੋਕ ਸਭਾ ਦੀਆਂ, ਵਿਧਾਨ ਸਭਾ ਵੀ ਬਹੁਤ ਵੱਡੀ ਹੈ ਔਰ ਵੱਖ-ਵੱਖ ਭਾਈਚਾਰੇ ਦੇ ਲੋਕ ਨੇ। ਹਾਲਾਂਕਿ ਉੱਤਰਾਖੰਡ ਉਸੇ ਚੋਂ ਨਿਕਲਿਆ ਪਰ ਅਜੇ ਵੀ ਯੂਪੀ ਬਹੁਤ ਵੱਡੀ ਹੈ ਤੇ ਉੱਤਰਾਖੰਡ ਦੇ ਵੀ ਆਪਣੀ ਅਹਿਮੀਅਤ ਹੈ। ਇਹ ਸਾਰੀਆਂ ਚੀਜ਼ਾਂ ਨੂੰ ਰਲਾ ਮਿਲਾ ਕੇ ਜਦੋਂ ਦੇਖਦੇ ਹਾਂ ਤੇ ਪੰਜਾਬੀਆਂ ਦਾ, ਹਰਿਆਣਵੀਆਂ ਤੇ ਯੂਪੀ ਵਾਲਿਆਂ ਦਾ ਇਹ ਪਹਿਲਾ ਗੱਠਜੋੜ ਇੱਕ ਜਗ੍ਹਾ ਤੇ ਹੋਵੇਗਾ ਕਿ ਜਿੱਥੇ ਮਿਸ਼ਨ 2022 ਜਦੋਂ ਇਹ ਆਖਿਆ ਜਾ ਰਿਹਾ ਹੈ ਕਿ ਅਸੀਂ ਲੋਕਾਂ ਨੂੰ ਅਜੇ ਕੋਈ ਇਹ ਨਹੀਂ ਕਹਿਣ ਵਾਲੇ ਪਰ ਭਾਰਤੀ ਜਨਤਾ ਪਾਰਟੀ ਦਾ ਡਟ ਕੇ ਵਿਰੋਧ ਕਰਾਂਗੇ ਅਸੀਂ। ਸੋ ਵਿਰੋਧ ਦੇ ਤੌਰ ਤੇ ਔਰ ਕਿਸਾਨ ਭਰਾਵਾਂ ਨੂੰ ਜਾਗਰੂਕ ਕਰਨ ਲਈ ਜਿਹੜਾ ਹੈ ਉਹ ਇਹ ਰੈਲੀ ਕੀਤੀ ਜਾ ਰਹੀ ਹੈ, ਮੁਜ਼ੱਫਰਨਗਰ ਮਹਾਪੰਚਾਇਤ ਕੀਤੀ ਜਾ ਰਹੀ ਹੈ। ਇੱਕ ਚੀਜ਼ ਹੋਰ, ਪੰਜਾਬ ਦੇ ਵਿੱਚ 360 ਰੁਪਏ ਗੰਨੇ ਦਾ ਭਾਅ ਸਰਕਾਰ ਨੇ ਹੁਣ ਤੈਅ ਕੀਤਾ ਜੀ। ਹਰਿਆਣੇ ਦੇ ਵਿੱਚ ਹੈ 358 ਰੁਪਏ ਬਿਲਕੁਲ, ਪਰ ਯੂਪੀ ਵਿੱਚ ਪਿਛਲੇ 4 ਸਾਲਾਂ ਤੋਂ ਉਹੀ ਹੈ, ਉਹ 325 ਰੁਪਏ ਹੈ। ਸਰਕਾਰ ਤੇ ਇਹ ਵੀ ਦਬਾਅ ਪਾਇਆ ਜਾ ਰਿਹਾ ਗੰਨਾ ਉਤਪਾਦਕਾਂ ਵੱਲੋਂ ਯੂਪੀ ਦੇ ਵਿੱਚ ਕਿ ਭਾਈ ਇੱਥੇ ਤੁਸੀਂ ਕਿਉਂ ਸੁੱਤੇ ਪਏ ਹੋ। ਸੁੱਤੇ ਪਏ ਨੇ ਵਾਕਿਆ ਹੀ। ਜੇ ਉਹਨਾਂ ਨੂੰ ਵੋਟਾਂ ਦਾ ਜਾਂ ਕਿਸੇ ਹੋਰ ਗੱਲ ਦਾ ਫਿਕਰ ਹੋਵੇ ਜਾਂ ਪੰਜਾਬ ਤੇ ਹਰਿਆਣੇ ਵੱਲ ਹੀ ਦੇਖ ਲਿਆ ਜਾਵੇ ਤੇ ਘੱਟੋ ਘੱਟ ਉਹਨਾਂ ਦਾ ਭਾਅ ਤੇ ਚੰਗਾ ਬਣਦਾ। ਯੂਪੀ ਦੇ ਵਿੱਚ ਗੰਨਾ ਉਤਪਾਦਕ ਬਹੁਤ ਨੇ, ਬਹੁਤ ਲੋਕਾਂ ਦੀ ਲਾਈਵਲੀਹੁੱਡ ਹੈ, ਪਰ ਪ੍ਰੋਬਲਮ ਤੇ ਇਹ ਹੈ ਕਿ ਉੱਥੇ ਇੰਨੀਆਂ ਜ਼ਿਆਦਾ ਸਹਿਕਾਰੀ ਮਿੱਲਾਂ ਨੇ, ਪ੍ਰਾਈਵੇਟ ਮਿੱਲਾਂ ਨੇ, ਉਹਨਾਂ ਨੇ ਤਾਂ 2-2 ਸਾਲ ਤੋਂ ਕਈਆਂ ਨੇ ਕਿਸਾਨਾਂ ਦੇ ਪੇਮੈਂਟ ਨਹੀਂ ਦਿੱਤੀ ਤੇ ਰੇਟ ਕਿੱਥੋਂ ਵਧਾਉਣਾ। ਸੋ ਸਰਕਾਰ ਵਾਸਤੇ ਇਹ
ਇੱਕ ਇਮਤਿਹਾਨ ਹੈ ਜੀ, ਕਿਸਾਨਾਂ ਵਾਸਤੇ ਵੀ ਇਮਤਿਹਾਨ ਹੈ। ਕਿਸਾਨਾਂ ਨੇ ਇਕੱਠ ਰੱਖ ਲਿਆ ਤੇ ਜੇ ਇਸ ਵਿੱਚ ਉਹ ਕਾਮਯਾਬ ਹੁੰਦੇ ਨੇ ਤਾਂ ਫਿਰ ਸਰਕਾਰ ਨੂੰ ਜ਼ਾਹਰਾ ਤੌਰ ਤੇ ਵੱਡਾ ਝਟਕਾ ਲੱਗੇਗਾ ਜੀ। ਕਿਸਾਨ ਹੈ ਜਿਹੜੇ ਪਹਿਲਾਂ ਵੀ ਦਿੱਲੀ ਦੀਆਂ ਸੜਕਾਂ ਤੇ ਰੁਲ ਰਹੇ ਨੇ, ਲਗਭਗ ਸਾਲ ਹੋਣ ਦੇ ਕਰੀਬ ਹੋ ਚੁੱਕਾ ਤੇ ਹੁਣ ਉਹ ਰੋਜ਼ ਕੁਝ ਨਾ ਕੁਝ ਕਰ ਰਹੇ ਨੇ। ਕਰਨਾਲ ਦੇ ਵਿੱਚ ਉਹਨਾਂ ਤੇ ਲਾਠੀਚਾਰਜ ਕੀਤਾ ਗਿਆ। ਉਸ ਤੋਂ ਬਾਅਦ ਸੁਖਬੀਰ ਬਾਦਲ ਦੀ ਰੈਲੀ ਹੋਈ। ਉਸ ਰੈਲੀ ਤੋਂ ਪਹਿਲਾਂ ਕਿਸਾਨਾਂ ਤੇ ਇੰਨਾ ਲਾਠੀਚਾਰਜ ਕੀਤਾ ਗਿਆ ਜਿਸ ਦਾ ਵਿਰੋਧ ਕਿਸਾਨਾਂ ਨੇ ਕੀਤਾ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਕਿਤੇ ਨਾ ਕਿਤੇ ਥੋੜੇ ਜਿਹੇ ਜ਼ਰੂਰ ਹਿਲ ਗਏ। ਲੱਗਦਾ ਨੇ ਕਿ ਉਹਨਾਂ ਨੇ ਆਪਣੀ ਰਣਨੀਤੀ ਦੇ ਵਿੱਚ ਬਦਲਾਅ ਕਰ ਲਿਆ। ਆਖਿਰ ਕਿਉਂ ਕੀਤਾ ਉਹਨਾਂ ਨੇ? ਰਣਨੀਤੀ 'ਚ ਬਦਲਾਅ ਉਹਨਾਂ ਨੂੰ ਕਰਨਾ ਪੈਣਾ ਸੀ ਜੀ ਸਾਰੇ ਪਾਸੋਂ। ਇੱਕ ਤਾਂ ਇਹ ਕਿ ਮੋਗੇ ਦੀ ਦਾਣਾ ਮੰਡੀ ਦੇ ਵਿੱਚ, ਅਨਾਜ ਮੰਡੀ 'ਚ ਰੈਲੀ ਰੱਖੀ ਗਈ ਸੀ ਜੀ। ਕਿਸਾਨ ਇਕੱਠੇ ਹੋਏ ਨੇ, ਪੁਲਿਸ ਨਾਲ ਝੜਪ ਹੋਈ ਹੈ, ਪੱਗਾਂ ਲੱਥੀਆਂ ਨੇ, ਡਾਂਗਾਂ ਵਰਾਈਆਂ ਗਈਆਂ ਕਿਸਾਨਾਂ ਤੇ ਇੱਕ ਵਾਰੀ ਫੇਰ। ਤੇ ਸਰਕਾਰ ਦੀ ਤਾਂ ਨਿਖੇਧੀ ਹੋਣੀ ਸੀ ਬਿਲਕੁਲ, ਪਰ ਰਾਜਨੀਤੀ ਨਾਲ ਨਾਲ ਚੱਲ ਪਈ ਜੀ। ਇੱਕ ਤਾਂ ਸਵਾਲ ਸੁਖਬੀਰ ਬਾਦਲ ਨੇ ਉਠਾਇਆ ਜੀ, ਉਹ ਇਹ ਕਹਿੰਦੇ ਕਿ ਸਾਡੇ ਕੋਲ ਸਬੂਤ ਹੈ ਕਿ ਬਾਘਾ ਪੁਰਾਣਾ ਰੈਲੀ ਦੇ ਵਿੱਚ ਵੀ ਤੇ ਇੱਕ ਦੋ ਹੋਰ ਰੈਲੀਆਂ ਦੇ ਵਿੱਚ ਅਸੀਂ ਲਿਸਟ ਦਿੱਤੀ ਹੈ ਕਿ ਇਹ ਤੇ ਆਮ ਆਦਮੀ ਪਾਰਟੀ ਦੇ ਵਰਕਰ ਨੇ, ਇਹ ਤੇ ਕਾਂਗਰਸ ਦੇ ਵਰਕਰ ਨੇ, ਇਹ ਤੇ ਉਹ ਜਿਹੜੇ ਨੇ ਸਾਰੇ ਖੱਪ ਪਾਉਂਦੇ ਨੇ। ਸ਼ਰਾਰਤੀ ਅੰਸਰਾਂ ਦਾ ਨਾਮ ਹੈ ਕਿਸਾਨ। ਇਹ ਲਫ਼ਜ਼ ਜਿਹੜਾ ਹੈ ਕਾਂਗਰਸ ਵੱਲੋਂ ਵੀ ਤੇ ਹੁਣ ਅਕਾਲੀ ਦਲ ਵੱਲੋਂ ਵੀ ਇਹ ਵਰਤਿਆ ਜਾਣ ਲੱਗਾ ਹੈ ਕਿ ਕਿਸਾਨ ਅੰਦੋਲਨ ਤੇ ਕਿਸਾਨਾਂ ਦੀ ਆੜ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਇਸ ਵਿੱਚ ਬੜੇ ਹੋਏ ਨੇ। ਹੁਣ ਇਸ ਦਾ ਤੈਅਸ਼ੁਦਾ ਜਵਾਬ ਤੇ ਸੁਖਬੀਰ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ ਹੀ ਜਾਣਦੇ ਹੋਣਗੇ ਕਿ ਬਾਕੀ ਉਹਨਾਂ ਕੋਲ ਸਬੂਤ ਹਨ ਕੋਈ ਬਿਲਕੁਲ। ਜੇ ਸੁਖਬੀਰ ਬਾਦਲ ਨੂੰ ਪਹਿਲਾਂ ਹੀ ਲੱਗਦਾ ਸੀ ਕਿ ਬਾਘੇ ਪੁਰਾਣੇ ਦੀ ਰੈਲੀ ਤੋਂ ਬਾਅਦ ਜਾਂ ਬਾਘੇ ਪੁਰਾਣੇ ਦੀ ਰੈਲੀ ਦੇ ਵਿੱਚ ਕੁਝ ਉੱਥੇ ਸ਼ਰਾਰਤੀ ਅੰਸਰ ਬੜੇ ਹੋਏ ਸੀ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਸੀ, ਇਸ ਦੀ ਸ਼ਿਕਾਇਤ ਪਹਿਲਾਂ ਕਿਉਂ ਨਾ ਕੀਤੀ ਗਈ? ਬਿਲਕੁਲ। ਇੱਕ ਦੂਸਰੀ ਗੱਲ, ਜੇ ਤੁਹਾਨੂੰ ਲੱਗਦਾ ਹੈ ਕਿ ਸੈਬੋਟੇਜ ਕੋਈ ਕਰ ਸਕਦਾ ਹੈ ਰੈਲੀ ਨੂੰ, ਤੁਸੀਂ ਆਪਣੀ ਮੋਗੇ ਵਾਲੀ ਰੈਲੀ ਪਹਿਲਾਂ ਰੱਦ ਕਿਉਂ ਨਾ ਕੀਤੀ? ਬਿਲਕੁਲ। ਫਿਰ ਤੁਸੀਂ ਪਹਿਲਾਂ ਕਰੋ ਔਰ ਆਖੋ ਕਿ ਭਾਈ ਸਾਨੂੰ ਲੱਗਦਾ ਹੈ ਕਿ ਕੋਈ ਵਿਰੋਧੀ ਤਾਕਤਾਂ ਜਿਹੜੀਆਂ ਹਨ ਕਿਸਾਨਾਂ ਦੀ ਆੜ ਹੇਠ ਇਸ ਰੈਲੀ ਨੂੰ ਖਰਾਬ ਕਰਕੇ ਕਿਸਾਨਾਂ ਨੂੰ ਬਦਨਾਮ ਕਰ ਸਕਦੀਆਂ, ਜਿਸ ਨਾਲ ਕੋਈ ਭਾਈਚਾਰੇ ਦੇ ਵਿੱਚ ਨੁਕਸਾਨ ਹੋ ਸਕਦਾ ਹੈ, ਅਸੀਂ ਆਪਣੀਆਂ ਰੈਲੀਆਂ ਰੱਦ ਕਰਦੇ ਹਾਂ ਜੀ। ਸ਼ਾਇਦ ਇਹਦੇ ਨਾਲ ਉਹਨਾਂ ਦੀ ਸਾਖ ਹੋਰ ਜ਼ਿਆਦਾ ਵਧੀਆ ਹੋ ਜਾਂਦੀ। ਰੈਲੀਆਂ ਕਿਹੜੀਆਂ ਰੱਖੀਆਂ ਹੋਈਆਂ ਨੇ? 100 ਦਿਨ 100 ਹਲਕੇ ਪੰਜਾਬ ਦੇ ਵਿੱਚ ਤੇ ਅਸੀਂ ਸਾਰੇ ਥਾਂ ਘੁੰਮਣਾ, ਟਿਕਟਾਂ ਵੰਡਣੀਆਂ ਨੇ। ਉਹ ਟਿਕਟਾਂ ਵੰਡਣ ਦੀ ਭਾਈ ਕਾਹਲੀ ਕਾਹਦੀ ਹੈ? ਬਿਲਕੁਲ ਠੀਕ ਹੈ, ਤੁਸੀਂ ਵੋਟਾਂ ਜਿੱਤਣੀਆਂ ਨੇ, ਪਰ ਵੋਟਾਂ ਜਿੱਤਣੀਆਂ ਅਲਟੀਮੇਟ ਗੋਲ ਤਾਂ ਨਹੀਂ ਨਾ ਤੁਹਾਡਾ। ਬਿਲਕੁਲ ਵੋਟਾਂ ਜਿੱਤੇ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਸਾਨੂੰ ਇਹੋ ਹੀ ਕੰਮ ਹੈ ਤੇ ਇਹਦੇ ਲਈ ਜੋ ਹੁੰਦਾ ਹੋਈ ਜਾਵੇ ਤੇ ਸਾਨੂੰ ਮਨਜ਼ੂਰ ਹੈ। ਤੁਸੀਂ ਆਪ ਤੇ ਇੰਨੇ ਅੰਗ ਰੱਖਿਅਕ ਰੱਖੇ ਹੋਏ ਨੇ, ਬਹੁਤ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਗੱਡੀਆਂ ਨੇ, ਤੁਸੀਂ ਆਉਂਦੇ ਹੋ ਘੜੀ ਦੀ ਘੜੀ ਬੋਲ ਕੇ, ਲੋਕ ਖੱਜਲ ਖੁਆਰ ਹੋ ਕੇ ਬੱਸਾਂ ਦੇ ਵਿੱਚ, ਟਰਾਲੀਆਂ 'ਚ, ਟਰੱਕਾਂ 'ਚ ਪਤਾ ਨਹੀਂ ਕਿੱਥੋਂ ਕਿੱਥੋਂ ਪਹੁੰਚਦੇ ਨੇ। ਬਿਲਕੁਲ। ਔਰ ਵਰਕਰ ਵੀ ਹੁੰਦੇ ਨੇ ਤੇ ਕੁਝ ਦੇਖਣ ਵੀ ਆਏ ਹੁੰਦੇ ਨੇ, ਮੇਲਾ ਵੀ ਤੇ ਉਹਨਾਂ ਤੇ ਵੀ ਇਤਰਾਜ਼ਯੋਗ ਸੋਸ਼ਲ ਮੀਡੀਆ ਤੇ ਬਹੁਤ ਕੁਝ ਆਖਿਆ ਗਿਆ ਪਿਛਲੇ ਦਿਨਾਂ ਦੇ ਵਿੱਚ। ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਹ ਗੱਲ ਆਖੀ ਹੈ, ਪਾਰਟੀਆਂ ਨੂੰ ਗੱਲ ਆਖੀ ਹੈ, ਉਹ ਭਾਈ ਇਲੈਕਸ਼ਨਾਂ ਤੇ 2 ਮਹੀਨੇ ਦਾ ਕੰਮ ਹੁੰਦਾ, ਤੁਸੀਂ 8 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਲਿਆ। ਕੀ ਗੱਲ ਹੈ ਤੁਹਾਨੂੰ? ਛੱਡੋ ਇਸ ਗੱਲ ਨੂੰ, ਰਹਿਣ ਦਿਓ, ਜੇ ਕਿਸੇ ਪਾਸੇ ਗੱਲ ਲੱਗ ਲੈਣ ਦਿਓ, ਫਿਰ ਤੁਸੀਂ ਆਪਣੀਆਂ ਰੈਲੀਆਂ ਕਰ ਲਿਓ। ਇਸ ਨਾਲ ਭਾਈਚਾਰਕ ਸਾਂਝ ਤਾਂ ਨਾ ਖਰਾਬ ਕਰੋ। ਉਹਨਾਂ ਨੇ ਇੱਕ ਹੋਰ ਗੱਲ ਆਖੀ ਹੈ ਕਿ ਤੁਸੀਂ ਜਿੰਨੇ ਵੀ ਲੋਕ ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੁਣ ਤੱਕ ਦਿੱਲੀ ਪਹੁੰਚਦੇ ਰਹੇ ਨੇ, ਉੱਥੇ ਇਹ ਤਾਂ ਗੱਲ ਨਹੀਂ ਕਿ ਉਹ ਕਿਸੇ ਪਾਰਟੀ ਨਾਲ ਜੁੜੇ ਹੋਏ ਲੋਕ ਨਹੀਂ, ਅਕਸਰ ਸਾਰੇ ਵੋਟਰ ਨੇ। ਕੋਈ ਕਿਸੇ ਨਾਲ ਕੋਈ ਮਾੜਾ ਮੋਟੀ ਸਾਂਝ ਤਾਂ ਰੱਖਦਾ ਹੈ, ਭਾਵੇਂ ਉੱਥੇ ਜਗ੍ਹਾ ਨਾ ਮਿਲੀ ਹੋਵੇ ਕਿਸੇ ਰਾਜਸੀ ਪਾਰਟੀ ਨੂੰ, ਪਰ ਅੰਦਰੂਨੀ ਤੌਰ ਤੇ ਤਾਂ ਲੋਕ ਜੁੜੇ ਹੋਏ ਨੇ ਪਾਰਟੀਆਂ ਨਾਲ। ਤੇ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਰੈਲੀਆਂ ਰੱਖ ਲੈਂਦੇ ਹੋ ਖਾਸ ਹਲਕਿਆਂ ਦੇ ਵਿੱਚ ਤੇ ਸਾਡੇ ਲੋਕਾਂ ਦੀ ਗਿਣਤੀ ਘਟ ਜਾਂਦੀ ਹੈ, ਲੋਕ ਉੱਥੋਂ ਛੱਡ ਕੇ ਇਸ ਡਰਾਮੇ ਨੂੰ ਦੇਖਣ ਲਈ ਵਧੇਰੇ ਆ ਜਾਂਦੇ ਨੇ। ਸਾਨੂੰ ਉੱਥੇ ਅਜੇ ਵੀ ਦਿੱਲੀ ਦੇ ਬਾਰਡਰਾਂ ਤੇ ਲੋੜ ਹੈ ਤੇ ਉੱਥੇ ਲੋਕਾਂ ਨੂੰ ਇਕੱਤਰ ਹੋਣ ਦਿਓ, ਤਾਂ ਤੁਸੀਂ ਰੈਲੀਆਂ ਰੱਖ ਕੇ ਕੀ ਲੈਣਾ? ਸੁਖਬੀਰ ਬਾਦਲ ਨੇ ਹਾਲ ਦੀ ਘੜੀ ਆਪਣਾ ਇਹ ਪ੍ਰੋਗਰਾਮ ਸਿਰਫ 6 ਦਿਨਾਂ ਲਈ ਮੁਲਤਵੀ ਕੀਤਾ ਜੀ। ਅਜੇ ਵੀ ਉਸ ਦੀ ਸੀਰੀਅਸਨੈਸ ਨੂੰ ਸਮਝ ਨਹੀਂ ਰਹੇ ਜਾਂ ਲੋਕਾਂ ਦੀ ਨਬਜ਼ ਫੜਨ ਤੋਂ ਅਸਮਰੱਥ ਨੇ ਵੀ ਲੋਕ ਅਸਲ ਵਿੱਚ ਕੀ ਚਾਹੁੰਦੇ ਨੇ। ਮੈਂ ਸਮਝਦਾ ਕਿ ਕੋਈ ਸਟਰੋਂਗ ਠੋਸ ਡਿਸੀਜਨ ਲੈ ਕੇ ਕੋਈ ਨਹੀਂ ਭਾਈ, ਇਲੈਕਸ਼ਨਾਂ ਕੋਈ ਗੱਲ ਨਹੀਂ, 2022 ਨੇ ਸਹੀ, 2027 ਸਹੀ, ਤੁਸੀਂ ਕਿਸਾਨ ਮੁੱਦਾ ਹੱਲ ਕਰੋ, ਅਸੀਂ ਤੁਹਾਡੇ ਨਾਲ। ਹੁਣ ਸੁਖਬੀਰ ਬਾਦਲ ਕਹਿੰਦੇ ਨੇ ਕਿ ਮੈਨੂੰ ਜਿੱਥੇ ਸੱਦਣ ਮੈਂ ਜਾਵਾਂਗਾ, ਕਿਸਾਨ, ਮੈਂ ਉਹਨਾਂ ਨਾਲ ਖੁੱਲੀ ਗੱਲਬਾਤ ਕਰਨ ਨੂੰ ਤਿਆਰ ਹਾਂ। ਜੇ ਸਾਡੀ ਸਰਕਾਰ ਆਉਂਦੀ ਹੈ, ਅਸੀਂ 3 ਕਾਲੇ ਕਾਨੂੰਨ ਪੰਜਾਬ 'ਚ ਲਾਗੂ ਨਹੀਂ ਹੋਣ ਦੇਵਾਂਗੇ। ਇਹ ਗੱਲ, ਇਸ ਤੇ ਕੋਈ ਯਕੀਨ ਕਰਨਾ ਨਹੀਂ ਬਹੁਤਾ। ਜਿਨ੍ਹਾਂ ਸਾਰੀ ਲੋਕਾਂ ਨੂੰ ਪਤਾ ਹੈ ਕਿ ਲੋਕ ਸਭਾ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ MP ਉੱਥੇ ਮੌਜੂਦ ਸਨ ਜਦੋਂ ਇਹ 3 ਕਾਨੂੰਨ ਪਾਸ ਹੋਏ ਨੇ। ਬਿਲਕੁਲ ਪੱਖ ਪੂਰਦੇ ਰਹੇ ਨੇ ਇਹਨਾਂ ਤਿੰਨਾਂ। 9-10 ਮਹੀਨੇ ਉੱਥੇ ਸਰਹੱਦਾਂ ਤੇ ਬੈਠਿਆਂ ਨੂੰ ਕਿਸਾਨਾਂ ਨੂੰ ਹੋ ਗਏ ਨੇ ਤੇ ਕਿਸਾਨਾਂ ਨੇ
ਹੁਣ ਕਹਿੰਦੇ ਕਿ ਸਿੱਧੂ ਵਾਲੀ ਗੱਲ ਨਹੀਂ ਕੀਤੀ ਹਾਲਾਂਕਿ ਕਿ ਪਿਆਸੇ ਨੇ ਖੂਹ ਕੋਲ ਆਉਣਾ। ਉਹਨਾਂ ਨੇ ਕਿਹਾ ਕਿ ਮੈਨੂੰ ਜਿੱਥੇ ਸੱਦਣਗੇ ਮੈਂ ਜਾਵਾਂਗਾ, ਪਰ ਮੈਨੂੰ ਲੱਗਦਾ ਨਹੀਂ ਸੰਯੁਕਤ ਕਿਸਾਨ ਮੋਰਚੇ ਵਾਲੇ ਜਾਂ ਹੋਰ ਕਿਸਾਨ ਜਥੇਬੰਦੀਆਂ ਸੁਖਬੀਰ ਬਾਦਲ ਨਾਲ ਕਿਸੇ ਗੱਲਬਾਤ ਕਰਨ ਦੇ ਰੌਂ ਵਿੱਚ ਹੋਣਗੀਆਂ। ਜੀ ਕੁਲਦੀਪ ਜੀ, ਇਹ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ, ਪਰ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਕੁਲਦੀਪ ਜੀ, ਅਸੀਂ ਗੱਲ ਕਰ ਰਹੇ ਸੀ ਕਿਸਾਨੀ ਮੁੱਦੇ ਦੀ। ਪੰਜਾਬ ਦੇ ਵਿੱਚ ਤਾਂ ਇਹ ਭਖਿਆ ਹੀ ਹੋਇਆ ਹੈ ਕਿ 3 ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਕਾਫੀ ਦੇਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਦੀਆਂ ਸੜਕਾਂ ਤੇ ਬੈਠੇ ਨੇ, ਰੁਲ ਰਹੇ ਨੇ, ਅਸੀਂ ਇਹ ਕਹਿ ਸਕਦੇ ਹਾਂ। ਤੇ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇੱਕ ਕਿਸਾਨਾਂ ਵੱਲੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਸਰਕਾਰ ਦਾ। ਕਿਸਾਨਾਂ ਦਾ ਕਹਿਣਾ ਇਹ ਹੈ ਕਿ ਇੱਕ ਪਾਸੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਜੇ ਉਹਨਾਂ ਨੂੰ ਖੁੱਲੀ ਮੰਡੀ ਮਿਲੇਗੀ ਇਹਨਾਂ 3 ਖੇਤੀ ਕਾਨੂੰਨਾਂ ਦੇ ਨਾਲ, ਉਹ ਆਪਣੀ ਫਸਲ ਜਿੱਥੇ ਵੀ ਵੇਚ ਸਕਦੇ ਆ, ਉਹਨਾਂ ਦਾ ਦਿਲ ਕਰੇ, ਤੇ ਉਹਨੂੰ ਰੇਟ ਉਹਨਾਂ ਨੂੰ ਵੀ ਉਹ ਮਿਲੇਗਾ ਜੋ ਉਹ ਚਾਹੁੰਦੇ ਨੇ। ਪਰ ਦੂਜੇ ਪਾਸੇ ਹੋਇਆ ਇਹ ਹੈ ਕਿ ਸੇਬ, ਜਿਹਨੂੰ ਹਰ ਅਮੀਰ ਗਰੀਬ ਜਿਹਨੂੰ ਆਪਣਾ ਫਲ ਸਮਝਦਾ ਉਹ ਖਾਂਦਾ, ਉਸ ਦੇ ਰੇਟ ਨੂੰ ਲੈ ਕੇ ਅਡਾਨੀ ਗਰੁੱਪ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਨਵਾਂ ਵਿਵਾਦ ਛਿੜ ਗਿਆ। ਦੱਸੋ ਕੀ ਹੈ ਇਹ? ਇੱਕ ਤੇ ਹਰਪ੍ਰੀਤ ਜੀ, ਇਹ ਗੱਲ ਤੁਸੀਂ ਬਿਲਕੁਲ ਠੀਕ ਆਖੀ ਹੈ ਕਿ ਓਪਨ ਫ੍ਰੀ ਮਾਰਕੀਟ ਜੀ ਇਸ ਨੂੰ ਸਪੋਰਟ ਕਰਦੀ ਹੈ ਸਰਕਾਰ ਕਿ ਦੇਖੋ ਜੀ ਜਦੋਂ ਖੁੱਲੀ ਮੰਡੀ ਜਾਵਾਂਗੇ ਤੇ ਸਾਰਿਆਂ ਨੂੰ ਵਧੀਆ ਰੇਟ ਮਿਲੇਗਾ, ਪਰ ਇਦਾਂ ਹੁੰਦਾ ਨਹੀਂ। ਹੁਣ ਤੁਸੀਂ ਦੇਖੋ ਕਿ ਸੇਬ ਉਗਾਉਣਾ, ਇੱਕ ਤੇ ਇਹ ਗੱਲ ਹੈ ਕਿ ਦੁਨੀਆ ਵਿੱਚ ਥੋੜੇ ਕੰਟਰੀ ਨੇ ਜਿੱਥੇ ਸੇਬ ਉਗਾਇਆ ਜਾ ਸਕਦਾ, ਹਰ ਇੱਕ 'ਚ ਨਹੀਂ ਹੁੰਦਾ। ਬਿਲਕੁਲ, ਉਹ ਠੀਕ ਹੈ ਕਿ ਆਪਣੇ ਤੌਰ ਤਰੀਕੇ, ਪਰ ਨੈਚੁਰਲੀ ਕੁਦਰਤੀ ਤੌਰ ਤੇ ਜਿੱਥੇ ਸੇਬ ਹੁੰਦਾ ਉਹਨਾਂ ਵਿੱਚੋਂ ਭਾਰਤ ਇੱਕ ਹੈ ਜੀ। ਬਿਲਕੁਲ, ਮਿੱਟੀ ਦੀ ਉਪਜਾਊ ਸ਼ਕਤੀ ਦੀ ਉਹਦੇ ਤੇ ਡਿਪੈਂਡ ਕਰਦੀ ਹੈ। ਠੰਡੇ ਇਲਾਕਿਆਂ ਦੇ ਵਿੱਚ ਹੁੰਦਾ ਜ਼ਿਆਦਾ, ਹਿਮਾਚਲ ਤੇ ਕਸ਼ਮੀਰ ਦੇ ਵਿੱਚ ਹੁੰਦਾ। ਬਿਲਕੁਲ, ਸਾਡੇ ਹਿਮਾਚਲ ਦੇ ਕੁਝ ਖਾਸ ਇਲਾਕਿਆਂ ਦਾ ਸੇਬ ਬੜਾ ਖੂਬਸੂਰਤ ਹੈ, ਕਸ਼ਮੀਰ ਦਾ ਸੇਬ ਬੜਾ ਮਸ਼ਹੂਰ ਹੈ। ਉਹਦੇ ਟਰੱਕ ਜਾਂਦਾ ਹੋਵੇ ਤਾਂ ਤੁਸੀਂ ਉਸਦੇ ਪਿੱਛੇ ਜਾ ਰਹੇ ਹੋਵੋ ਤਾਂ ਤੁਹਾਨੂੰ ਖੁਸ਼ਬੂ ਆਉਂਦੀ ਹੈ। ਬਿਲਕੁਲ, ਇਸ ਵੇਲੇ ਤੁਸੀਂ ਸੇਬ ਲੈਣ ਜਾਂਦੇ ਹੋ ਮਾਰਕੀਟ ਦੇ ਵਿੱਚ ਭਾਰਤ ਵਿੱਚ, ਤੇ ਤੁਹਾਨੂੰ 3-4 ਮੁਲਕਾਂ ਦੇ ਜਿਹੜੇ ਸੇਬ ਆ ਉਹ ਵੇਖਣ ਨੂੰ ਮਿਲਦੇ ਆ। ਬਿਲਕੁਲ, ਚਾਈਨਾ ਦਾ ਸੇਬ ਅੱਜ ਕੱਲ੍ਹ ਸ਼ਾਇਦ ਬੰਦ ਹੋਇਆ, ਨਿਊਜ਼ੀਲੈਂਡ ਦਾ ਹੈ, USA ਦਾ ਹੈ, 1-2 ਹੋਰ ਕੰਟਰੀਆਂ ਦਾ ਜੀ। ਉੱਥੋਂ ਸੇਬ ਆ ਕੇ ਇੱਥੇ ਮੰਡੀ 'ਚ ਵਿਕ ਰਹੇ ਨੇ, ਤੇ ਭਾਰਤ ਦੇ ਸੇਬ ਨਾਲੋਂ ਦੁੱਗਣੀਆਂ ਕੀਮਤਾਂ ਦੇ ਵੀ ਹੁੰਦੇ ਨੇ ਕਈ ਵਾਰੀ। ਬਿਲਕੁਲ, ਹੁਣ ਭਾਰਤ ਦਾ ਸੇਬ ਆਪਣਾ, ਇਸ ਦੀ ਆਪਣੀ ਮਿਠਾਸ ਵੀ ਆ, ਆਪਣੀ ਖੁਸ਼ਬੂ ਵੀ ਆ, ਆਪਣੀ ਰੰਗਤ ਵੀ ਆ। ਬਿਲਕੁਲ, ਪਰ ਦੁਨੀਆ ਵਿੱਚ ਹਰ ਚੀਜ਼ ਲਈ ਜਗ੍ਹਾ ਬਣੀ ਹੈ। ਭਾਰਤ ਵਿੱਚ ਸਾਨੂੰ ਇੰਨਾ ਪਤਾ ਹੈ ਕਿ ਕੁਪੋਸ਼ਣ ਦਾ ਸ਼ਿਕਾਰ ਸਾਡੇ ਕਿੰਨੇ ਬੱਚੇ ਹੋਏ ਨੇ। ਬਿਲਕੁਲ, ਅੱਜ ਵੀ ਹੋ ਰਹੇ ਨੇ ਜੀ। ਸਾਡੇ ਬੱਚੇ, ਉਹਨਾਂ ਦਾ ਨਾ ਸਰੀਰ ਤੇ ਨਾ ਦਿਮਾਗ ਪੂਰਨ ਤੌਰ ਤੇ ਵਿਕਸਿਤ ਨਹੀਂ ਹੋ ਰਿਹਾ, ਉਹਨਾਂ ਨੂੰ ਚੀਜ਼ਾਂ ਨਹੀਂ ਮਿਲ ਰਹੀਆਂ। ਬਿਲਕੁਲ, ਤੇ ਸਿਆਣੇ ਕਹਿੰਦੇ ਸੀ ਐਨ ਐਪਲ ਡੇ ਕੀਪਸ ਦਾ ਡਾਕਟਰ ਅਵੇ। ਬਿਲਕੁਲ, ਚਲੋ ਇਹ ਸੱਚ ਕਿੰਨਾ ਕਹੇ ਤੇ ਮੈਡੀਕਲ ਸਾਇੰਸ ਜਾਣਦੀ ਹੋਵੇਗੀ। ਹੁਣ ਗੱਲ ਕਰਦੇ ਹਾਂ ਹਿਮਾਚਲ ਦੇ ਸੇਬ ਉਤਪਾਦਕਾਂ ਦੀ ਜੀ। ਅੱਜ ਤੋਂ ਕੋਈ 10 ਸਾਲ ਪਹਿਲਾਂ ਅਡਾਨੀ ਦੀ ਕੰਪਨੀ ਨੇ ਇੱਕ ਠੇਕਾ ਕੀਤਾ ਉੱਥੇ ਦੀ ਸਰਕਾਰ ਨਾਲ ਕਿ ਅਸੀਂ ਸੇਬ ਖਰੀਦਿਆ ਕਰਾਂਗੇ ਜੀ। ਹੁਣ ਸੇਬ ਦਾ ਮੰਡੀਕਰਨ, ਸੇਬ ਦੀ ਖੇਤੀ ਹਿਮਾਚਲ ਦੇ ਵਿੱਚ ਜਾਂ ਬਾਗਬਾਨੀ ਕਿੰਨੀ ਕੁ ਹੁੰਦੀ ਹੋਵੇਗੀ, ਇਹ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ 1 ਸਾਲ ਵਿੱਚ ਕਿੰਨੀ ਕੀਮਤ ਦੇ ਸੇਬ ਹਿਮਾਚਲ ਦੇ ਵਿੱਚੋਂ ਪੈਦਾ ਹੁੰਦੇ ਨੇ ਜੀ। 5000 ਕਰੋੜ ਦਾ ਵਪਾਰ ਹੈ ਜੀ ਹਿਮਾਚਲ ਦੇ ਵਿੱਚੋਂ। ਇਸ ਵਿੱਚੋਂ ਪਿਛਲੇ ਸਾਲਾਂ ਵਿੱਚ ਜਿਹੜੇ ਰੇਟ ਦਿੱਤੇ ਜੀ, 2011 ਦੇ ਵਿੱਚ ਅਡਾਨੀ ਨੇ 65 ਰੁਪਏ ਜਿਹੜਾ ਸੀ ਕਿਲੋ ਦਾ A ਗ੍ਰੇਡ ਦਾ ਸੇਬ ਜਿਹੜਾ ਸੀ ਉਹ ਉਸ ਦਾ ਮੁੱਲ ਦੇਣਾ ਸ਼ੁਰੂ ਕੀਤਾ ਕਿਸਾਨਾਂ ਨੂੰ। ਕਿਸਾਨਾਂ ਨੇ ਕਿਹਾ ਠੀਕ ਆ, ਵਧੀਆ ਗੱਲ ਹੈ। ਹੌਲੀ ਹੌਲੀ ਰੇਟ ਕਦੇ 2 ਰੁਪਏ ਘੱਟ, ਕਦੇ 1 ਵੱਧ, ਇੱਥੇ ਕਰਦੇ ਕਰਦੇ ਪਿਛਲੇ ਸਾਲ 88 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੇਬ ਖਰੀਦਿਆ। ਵਿਸ਼ਵ ਮਾਰਕੀਟ ਦੇ ਵਿੱਚ ਸੇਬ ਦੀ ਮਾਰਕੀਟ ਤਿੱਖੀ ਸੀ। ਬਿਲਕੁਲ, 88 ਰੁਪਏ ਕਿਲੋ ਦੇ ਹਿਸਾਬ ਨਾਲ ਸਿਰਫ A ਗ੍ਰੇਡ ਦਾ, ਬਾਕੀ ਨਹੀਂ, ਨਾ B ਗ੍ਰੇਡ, ਨਾ ਮੀਡੀਅਮ ਸਾਈਜ਼, ਨਾ ਸਮਾਲ ਸਾਈਜ਼ ਜੀ। ਪਿਛਲੇ ਸਾਲ 88 ਤੇ ਇਸ ਸਾਲ ਅਡਾਨੀ ਨੇ 72 ਰੁਪਏ ਕਿਲੋ ਰੇਟ ਤੈਅ ਕਰ ਦਿੱਤਾ ਜੀ। ਹੋਇਆ ਇਹ ਕਿ ਜਿਹੜੇ ਸੇਬ ਉਤਪਾਦਕ ਨੇ, ਉਹਨਾਂ ਦੀਆਂ ਸੰਸਥਾਵਾਂ ਨੇ, ਉਹ ਮਾਹਿਰ ਕਹਿੰਦੇ ਨੇ ਕਿ ਮਾਰਕੀਟ ਵਿੱਚ ਇਹ ਉਹ ਪਹਿਲਾਂ ਹੀ 80 ਤੋਂ 90 ਰੁਪਏ ਕਿਲੋ ਵਿਕ ਰਿਹਾ ਸੀ। ਬਿਲਕੁਲ, ਤੇ ਅਡਾਨੀ ਜੀ ਜਿਹੜਾ ਕਿ ਸਿਰਫ ਹਿਮਾਚਲ ਦੇ ਐਪਲ ਦਾ 2 ਜਾਂ 3% ਹੀ ਖਰੀਦਦਾ, ਬਾਕੀ ਸਾਰਾ ਫ੍ਰੀ ਓਪਨ ਮਾਰਕੀਟ 'ਚ ਹੀ ਜਾਂਦਾ ਹੈ। ਬਿਲਕੁਲ, ਪਰ ਹੁੰਦਾ ਇਹ ਸੀ ਕਿ ਜਿੰਨਾ ਭਾਅ ਅਡਾਨੀ ਦੀ ਕੰਪਨੀ ਤੈਅ ਕਰ ਦਿੰਦੀ ਸੀ, ਉਹਨਾਂ ਕੁ ਕਿਸਾਨਾਂ ਨੂੰ ਘੱਟੋ ਘੱਟ ਫਿਰ ਬਾਕੀ ਮਾਰਕੀਟ 'ਚ ਵੀ ਮਿਲ ਜਾਂਦਾ ਸੀ ਜੀ। ਇਸ ਵਾਰੀ ਬਾਹਰ ਮਿਲ ਰਿਹਾ ਸੀ 80-90 ਰੁਪਏ, ਤੇ ਅਡਾਨੀ ਦੀ ਕੰਪਨੀ ਇਹ ਕਹਿੰਦੇ ਜੀ 72 ਰੁਪਏ ਦੇਵਾਂਗੇ। ਬਿਲਕੁਲ, ਕਾਂਗਰਸ ਕਹਿੰਦੀ ਕਿ ਕਿਸਾਨਾਂ ਦੀ ਲੁੱਟ ਹੈ,
ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਹਿਮਾਚਲ ਵਿੱਚ, ਉਹਨਾਂ ਦੇ ਇੱਕ ਮੰਤਰੀ ਨੇ ਕਹਿ ਦਿੱਤਾ ਇਹ ਕੁਆਲਿਟੀ ਦਾ ਫਰਕ ਹੁੰਦਾ ਭਾਈ, ਇਹ ਕੁਆਲਿਟੀ ਘਟੀਆ ਦਾ ਫਿਰ ਘਟੀਆ ਮੁੱਲ ਤੇ ਵਧੀਆ ਦਾ ਵਧੀਆ। ਬਿਲਕੁਲ ਗੱਲ ਤੋਂ ਪੱਲਾ ਝਾੜ ਲਿਆ ਜੀ। ਪਰ ਪਿਛਲੇ ਸਾਲਾਂ ਦੇ ਰਿਕਾਰਡ ਦੇ ਹਿਸਾਬ ਨਾਲ 25 ਕਿਲੋ ਦਾ ਇੱਕ ਡੱਬਾ ਜੇ ਪੈਕ ਕਰਦੇ ਸੀ, ਪੇਟੀ ਪੈਕ ਕਰਦੇ ਸੀ ਸੇਬਾਂ ਦੀ, ਤੇ 2011 ਦੇ ਆਸ-ਪਾਸ ਇੱਕ ਪੇਟੀ ਪੈਕ ਕਰਨ ਦਾ ਖਰਚਾ 250 ਰੁਪਈਆ ਆਉਂਦਾ ਸੀ ਸੇਬ ਦੀ ਕੀਮਤ ਤੇ ਪੇਟੀ ਪੈਕ ਕਰਨ ਦਾ। ਅੱਜ ਉਹ ਖਰਚਾ 600 ਰੁਪਏ ਹੈ ਤੇ ਰੇਟ 72 ਤੋਂ 88 ਤੇ ਫਿਰ 72 ਜਾਂ 65 ਇਹੋ ਰੇਟ ਹੈ ਕਿਲੋ ਦੇ ਹਿਸਾਬ ਨਾਲ। ਉਸ ਦੀ ਕੀਮਤ ਪੂਰੀ ਕਿਸਾਨਾਂ ਨੂੰ ਨਹੀਂ ਮਿਲ ਰਹੀ ਤੇ ਕਿਸਾਨ ਵਿਚਾਰੇ ਵਿਲਕਦੇ ਨੇ। ਬਿਲਕੁਲ ਬਾਹਰਲਾ ਸੇਬ ਭਾਰਤ ਦੀਆਂ ਮੰਡੀਆਂ 'ਚ ਆ ਕੇ ਵਿਕ ਰਿਹਾ ਤੇ ਸਾਡਾ ਇਹ ਇੰਨੀਆਂ ਬਹੁਤ ਕਰੋੜੀ ਕੰਪਨੀਆਂ, ਕੀ ਸਰਕਾਰ ਇਹਨਾਂ ਤੇ ਦਬਾਅ ਨਹੀਂ ਬਣਾ ਸਕਦੀ ਵੀ ਭਾਈ ਤੁਸੀਂ ਨਹੀਂ ਖਰੀਦਣੇ, ਇਹ ਬੀ ਗ੍ਰੇਡ ਵਾਲਾ ਹੀ ਖਰੀਦ ਲਓ, ਮੀਡੀਅਮ ਹੀ ਖਰੀਦ ਲਓ, ਸਮਾਲ ਹੀ ਖਰੀਦੋ, ਨਿਊਟ੍ਰੀਸ਼ਨ ਵੈਲਿਊ ਤਾਂ ਹੈ ਭਾਵੇਂ ਦੇਖੋ ਉਹਨਾਂ ਦੀ ਸੋਹਣੀ ਨਹੀਂ ਹੈ, ਰੰਗ ਰੂਪ ਉਹਨਾਂ ਦਾ ਉਹਨਾਂ ਨਹੀਂ ਹੈ, ਪਰ ਘੱਟੋ ਘੱਟ ਗਰੀਬ ਬੱਚਿਆਂ ਨੂੰ ਤਕਸੀਮ ਕਰੋ, ਉਹਨਾਂ ਨੂੰ ਕਿਤੇ ਦਿਓ, ਕਿਤੇ ਸਕੂਲਾਂ ਦੇ ਵਿੱਚ ਤਕਸੀਮ ਕਰੋ, ਇਹ ਦਿਓ ਤਾਂ ਸਹੀ। ਉੱਥੇ ਦੇ ਸੇਬ ਉਤਪਾਦਕ ਇਹ ਵੀ ਕਹਿੰਦੇ ਨੇ ਕਿ ਅੱਜ ਤੋਂ 10 ਸਾਲ ਪਹਿਲਾਂ ਜਿੰਨੀਆਂ ਸਬਸਿਡੀਆਂ ਸਾਨੂੰ ਦਵਾਈਆਂ ਤੇ ਖਾਦਾਂ ਤੇ ਬਾਗਾਂ ਦੀ ਸਾਂਭ ਸੰਭਾਲ ਲਈ ਮਿਲਦੀਆਂ ਸੀ, ਬੀਜੇਪੀ ਸਰਕਾਰ ਨੇ ਸਾਰੀਆਂ ਖਤਮ ਕਰ ਦਿੱਤੀਆਂ। ਹੁਣ ਫ੍ਰੀ ਮਾਰਕੀਟ ਦੀ ਗੱਲ ਹੈ। ਜੇ ਤੁਸੀਂ ਹੁਣ ਮੈਨੂੰ ਸਵਾਲ ਪੁੱਛੋਗੇ ਵੀ ਜੇ ਅਡਾਨੀ 2-3% ਹੀ ਖਰੀਦਦਾ ਫਿਰ ਹਿਮਾਚਲ ਦੇ ਉਤਪਾਦਕ ਇੰਨਾ ਰੌਲਾ ਕਿਉਂ ਪਾ ਰਹੇ ਨੇ? ਬਿਲਕੁਲ। ਪਰ ਅਸਲ ਕਹਾਣੀ ਇਸ ਦੇ ਪਿੱਛੇ ਹੋਰ ਹੈ। ਸਰਕਾਰ ਜਦੋਂ ਕਿਸੇ ਨਾਲ ਕਰਾਰ ਕਰਦੀ ਤਾਂ ਕਰਾਰ ਦੋਨਾਂ ਪਾਸਿਆਂ ਤੋਂ ਹੁੰਦਾ ਹੈ, ਕਰਾਰ ਕਿਸੇ ਇੱਕ ਨੂੰ ਬੰਨ੍ਹ ਕੇ ਨਹੀਂ ਕੀਤਾ ਜਾਂਦਾ। ਕਰਾਰ ਦੇ ਵਿੱਚ ਇਹ ਹੋਇਆ ਸੀ ਕਿ ਸਰਕਾਰ ਅਡਾਨੀ ਗਰੁੱਪ ਦੀ ਮਦਦ ਕਰੇਗੀ, ਉਸ ਦੇ ਇਵਜ਼ ਵਜੋਂ ਅਡਾਨੀ ਗਰੁੱਪ ਜਿਹੜਾ ਹੈ ਹਿਮਾਚਲ ਦੇ ਸੇਬ ਉਤਪਾਦਕਾਂ ਤੋਂ ਸੇਬ ਖਰੀਦੇਗਾ ਤੇ 8-9 ਲੱਖ ਪੇਟੀ ਜਿਹੜੀ ਆ ਖਰੀਦੇਗਾ ਤੇ ਉਹ ਪੇਟੀ ਖਰੀਦ ਕੇ ਜਿਹੜੀ ਆ ਉਹ ਲਿਜਾਇਆ ਕਰੇਗਾ, ਜਾਂ ਇਸ ਤੋਂ ਵੱਧ ਦਾ ਕਰਾਰ ਹੋਵੇਗਾ। ਹੁਣ ਤਾਂ ਅੰਦਰੂਨੀ ਗੱਲ ਸਰਕਾਰ ਨੂੰ ਪਤਾ ਹੋਵੇਗਾ, ਪਰ ਖਰੀਦਦੇ ਹੋ ਇੰਨੀ ਕਿ ਨਹੀਂ। ਅੱਛਾ, ਉਹ ਕਹਿੰਦੇ ਜੀ ਕਰਾਰ ਹੋਇਆ ਤੇ ਕਰਾਰ ਦੇ ਵਿੱਚ ਸ਼ਿਮਲੇ ਦੇ ਲਾਗੇ 3 ਖਾਸ ਜਗ੍ਹਾ ਤੇ ਵੱਡੀ ਜਾਇਦਾਦ ਦੇ ਟੁਕੜੇ, ਜ਼ਮੀਨ ਦੇ ਟੁਕੜੇ ਅਡਾਨੀ ਗਰੁੱਪ ਨੂੰ ਕੌਡੀਆਂ ਦੇ ਭਾਅ ਵਿੱਚ ਦੇ ਦਿੱਤੇ ਗਏ, ਟੋਕਨ ਮਨੀ ਤੇ ਦੇ ਦਿੱਤੇ ਗਏ, ਜਿੱਥੇ ਕਿਹਾ ਸੀ ਕਿ ਤੁਸੀਂ ਕੋਲਡ ਸਟੋਰੇਜ ਬਣਾਉਣੀ ਹੈ, ਇੱਥੇ ਫਰੂਟ ਹਿਮਾਚਲ ਦਾ ਸਾਂਭਿਆ ਜਾਇਆ ਕਰੇਗਾ, ਤੁਸੀਂ ਆਪਣਾ ਵੀ ਰੱਖੋ, ਅਡਾਨੀ ਵਾਲਿਆਂ ਨੂੰ ਆਖਿਆ, ਪਰ 25% ਹਿਮਾਚਲ ਦੇ ਆਮ ਉਤਪਾਦਕਾਂ ਲਈ ਰਿਜ਼ਰਵ ਕਰ ਦਿਓ। ਉਹਨਾਂ ਨੇ ਬੂਹੇ ਬੰਦ ਕੀਤੇ ਹੋਏ ਨੇ, ਆਪਣਾ ਅੰਦਰ ਕੀ ਰੱਖਦੇ ਨੇ ਤੇ ਕਿੱਥੋਂ ਲਿਆ ਕੇ ਰੱਖਦੇ ਨੇ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ। ਸਰਕਾਰ ਬਿਲਕੁਲ ਜਵਾਬਦੇਹ ਨਹੀਂ ਹੈ ਤੇ ਨਾ ਅਡਾਨੀ ਦੀ ਕੰਪਨੀ ਨੂੰ ਖਿੱਚਣ ਨੂੰ ਤਿਆਰ ਹੈ ਕਿ ਭਾਈ ਦੱਸੋ ਤੇ ਸਹੀ, ਤੁਸੀਂ ਇਹਨਾਂ ਜਿਹੜੇ 3 ਕੋਲਡ ਸਟੋਰ ਜਿਹੜੇ ਨੇ ਤੁਹਾਨੂੰ ਅਸੀਂ ਜਗ੍ਹਾ ਕੌਡੀਆਂ ਦੇ ਪਾ ਦਿੱਤੀ ਸੀ, ਕਰੋੜਾਂ ਅਰਬਾਂ ਦੀ ਜਾਇਦਾਦ, ਤੁਸੀਂ ਕੀਤਾ ਕੀ ਹੈ ਉਸ ਦਾ? ਸੋ ਇਹ ਲੁੱਟ ਖਸੁੱਟ, ਇੱਧਰ ਤੇ ਅਸੀਂ ਕਣਕ ਤੇ ਚੌਲ ਨੂੰ ਰੋ ਰਹੇ ਹਾਂ, ਕਸ਼ਮੀਰ ਤੇ ਐਪਲ ਜੋ ਉਸ ਦੀ ਕੁਆਲਿਟੀ ਥੋੜੀ ਜਿਹੀ ਕਈ ਜਗ੍ਹਾ ਦੀ ਬੈਟਰ ਹੁੰਦੀ ਹੈ, ਕਿ ਉੱਥੇ ਵੀ ਇਦਾਂ ਹੋਵੇਗਾ? ਇਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਗਲਬਾ ਜਿਹੜਾ, ਜਿਵੇਂ ਨੋਮ ਚੋਮਸਕੀ ਕਹਿੰਦੇ ਨੇ ਕਿ ਘੱਟੋ ਘੱਟ 8-10 ਟ੍ਰਿਲੀਅਨ ਡਾਲਰ ਦੀ ਇਕਨੋਮੀ ਨੂੰ ਕਾਰਪੋਰੇਟ ਜਗਤ ਹੜੱਪ ਕਰ ਗਿਆ ਪਿਛਲੇ 8-10 ਸਾਲਾਂ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ, ਕਿਉਂਕਿ ਖੁਰਾਕ ਨਾਲ ਸੰਬੰਧਿਤ ਇੰਡਸਟਰੀ ਸਨਅਤ ਜਿਹੜੀ ਹੈ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਫੁੱਲਣ ਵਾਲੀ ਹੈ। ਹਰ ਇੱਕ ਨੇ ਖਾਣਾ, ਹਰ ਇੱਕ ਨੇ ਸ਼ੌਕ ਪੂਰੇ ਕਰਨੇ ਨੇ ਤੇ ਸਭ ਦਾ ਧਿਆਨ ਇਸ ਪਾਸੇ ਹੈ ਤੇ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਨੇ, ਕਿਸਾਨ ਰੁਲਣੇ ਮਜਬੂਰ ਨੇ। ਸਾਡਾ ਐਪਲ ਪੈਰਾਂ 'ਚ ਹੈ ਤੇ ਵਿਦੇਸ਼ਾਂ ਦਾ ਲਿਆ ਕੇ ਅਸੀਂ ਸਿਰ ਤੇ ਬਿਠਾਇਆ ਤੇ ਰਾਸ਼ਟਰਵਾਦ ਸਾਡੇ ਸਿਰ ਚੜ੍ਹ ਕੇ ਬੋਲਦਾ। ਜੀ ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਤੁਸੀਂ ਗੱਲ ਕੀਤੀ ਜ਼ਮੀਨ ਦੇ ਟੁਕੜੇ ਦੀ ਕਿ ਸਰਕਾਰ ਨੇ ਉਹਨਾਂ ਨੂੰ ਦੇ ਕੇ ਮੁੜ ਕੇ ਸਰਕਾਰ ਭੁੱਲ ਗਈ ਜੀ, ਮੁੜ ਕੇ ਉਹ ਕੌਡੀਆਂ ਦੇ ਪਾ ਦੇ ਕੇ ਤੇ ਉਸ ਤੋਂ ਬਾਅਦ ਸਰਕਾਰ ਭੁੱਲ ਗਈ। ਤੇ ਜੇ ਅਸੀਂ ਗੱਲ ਕਰੀਏ ਕਿ ਸਰਕਾਰਾਂ ਦੀ ਹੀ, ਕਿ ਸਾਡੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉਹ ਵੀ ਇੱਕ ਜ਼ਮੀਨ ਦੇ ਟੁਕੜੇ ਦੇ ਵਿਵਾਦ ਵਿੱਚ ਹੀ ਘਿਰ ਗਏ ਨੇ। ਅਸਲ 'ਚ ਉਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਸ਼ਾਮਲਾਟ ਦੀ ਜ਼ਮੀਨ ਹੈ ਜਿਹੜੀ ਉਹਨੂੰ ਉਹ ਹੜੱਪ ਗਏ ਨੇ, ਜਦ ਕਿ ਬਲਬੀਰ ਸਿੰਘ ਸਿੱਧੂ ਇਸ ਨੂੰ ਸਿਰੇ ਤੋਂ ਖਾਰਜ ਕਰਦੇ ਨੇ। ਕੀ ਕਹਿਣਾ ਚਾਹੋਗੇ? ਨਹੀਂ, ਹੜੱਪ ਗਏ ਸਹੀ ਲਫ਼ਜ਼ ਨਹੀਂ ਹੈ ਜੀ, ਪਰ ਉਸ ਨੂੰ ਆਪਣੇ ਮਤਲਬ ਲਈ ਵਰਤਿਆ ਜਾ ਰਿਹਾ ਹੈ। ਅਜਿਹੇ ਦਸਤਾਵੇਜ਼ ਅਦਾਲਤ ਵਿੱਚ ਪੇਸ਼ ਕੀਤੇ ਜਾ ਰਹੇ ਜੀ। ਬਲੌਂਗੀ ਇੱਕ ਛੋਟਾ ਜਿਹਾ ਪਿੰਡ ਹੈ, ਮੋਹਾਲੀ ਦੇ ਬਾਰਡਰ ਤੇ ਇੱਕ ਪਿੰਡ ਹੈ ਜੀ, ਪੰਜਾਬ ਵਾਲੇ ਪਾਸੇ। ਉਸ ਪਿੰਡ ਦੇ ਵਿੱਚ 10 ਕਿੱਲੇ ਬਲੌਂਗੀ ਪਿੰਡ ਦੀ 10 ਏਕੜ ਜ਼ਮੀਨ ਦਾ ਮਸਲਾ ਹੈ। 10 ਏਕੜ ਤੋਂ ਥੋੜੀ ਜਿਹੀ ਵੱਧ ਹੈ। ਅਸਲ ਵਿੱਚ ਗੱਲ ਇਹ ਹੋਈ ਕਿ ਉਸ ਪਿੰਡ, ਕਿਉਂਕਿ ਮੋਹਾਲੀ ਉਸਦੇ ਮੋਢਿਆਂ ਤੇ ਬੈਠਾ ਆ ਕੇ, ਪਿੰਡ ਦੀ ਜ਼ਮੀਨ ਦੀ ਕੀਮਤ ਬਹੁਤ ਹੈ ਬਿਲਕੁਲ, ਤੇ ਕੀਮਤ ਬਹੁਤ ਹੋਣ ਦੇ ਨਾਤੇ ਫਿਰ ਪਿੰਡ ਦੀ ਕੁਝ ਜਿਹੜੀ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਸੀ ਉਸ ਦਾ ਕੁਝ ਰੌਲਾ ਰੱਪਾ ਪਿੰਡ ਦਾ ਆਪਸ ਵਿੱਚ ਪਿਆ ਹੋਇਆ ਸੀ ਕਿ ਇਸ ਨੂੰ ਕਿਵੇਂ ਤਕਸੀਮ ਕਰਨਾ ਹੈ, ਕਿੱਥੇ ਕਲੋਨੀਆਂ ਬਣਨੀਆਂ ਨੇ, ਕਿੱਥੇ ਕਿਸ ਨੂੰ ਕੀ ਦੇਣਾ। 100 ਗੱਲਾਂ ਹੁੰਦੀਆਂ ਨੇ ਪਿੰਡਾਂ ਵਿੱਚ। ਉਹ ਮਾਮਲਾ ਅਦਾਲਤ ਵਿੱਚ ਸੀ ਤੇ ਉਸ ਤੇ ਲੰਬਾ ਸਟੇ ਜਿਹੜਾ ਹੈ ਉਹ ਅਦਾਲਤ ਵੱਲੋਂ ਮਿਲਿਆ ਹੋਇਆ। ਤੇ ਕੁਝ ਸਾਲ ਪਹਿਲਾਂ ਕੀ ਹੋਇਆ ਕਿ ਸਾਡੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ
ਤੇ ਉਹਨਾਂ ਦੇ ਭਰਾ ਛੋਟੇ ਅਮਰਜੀਤ ਸਿੱਧੂ ਜੋ ਮੋਹਾਲੀ ਨਗਰ ਨਿਗਮ ਦੇ ਚੇਅਰਮੈਨ ਜਿਹੜੇ ਨੇ ਮੇਅਰ ਨੇ ਜੀ, ਜੀਤੀ ਸਿੱਧੂ ਕਹਿੰਦੇ ਨੇ ਉਹਨਾਂ ਨੂੰ ਜੀ, ਉਹਨਾਂ ਨੇ ਇੱਕ ਸੰਸਥਾ ਬਣਾ ਲਈ। ਉਹ ਸੀ ਗਾਵਾਂ ਦਾ ਜਿਹੜਾ ਸੀ ਗਊਸ਼ਾਲਾ ਇੱਕ ਆਸ਼ਰਮ ਬਣਾ ਲਿਆ ਜੀ। ਉਸ ਦਾ ਨਾਮ ਸੀ ਬਾਲ ਗੋਪਾਲ ਗਊ ਬਸੇਰਾ ਜੀ। ਉਹ ਇੱਕ ਸਥਾਪਿਤ ਕਰਕੇ ਉਸ ਦੇ ਟਰਸਟੀ ਬਣਾਏ, ਸਾਰਾ ਕੁਝ ਬਣਾਇਆ। ਸਰਕਾਰ ਤੋਂ ਫੰਡ ਵੀ ਵਾਹਵਾ ਗੱਫਿਆਂ ਚ ਆਉਂਦੇ ਨੇ ਅਜਿਹੀਆਂ ਸੰਸਥਾਵਾਂ ਨੂੰ, ਕਿਉਂਕਿ ਗਾਈਆਂ ਦੀ ਸਾਂਭ ਸੰਭਾਲ ਕਰਨੀ ਹੁੰਦੀ ਹੈ। ਬਿਲਕੁਲ। ਤੇ ਉਹ 10 ਏਕੜ ਜ਼ਮੀਨ 33 ਸਾਲ ਲਈ ਲੀਜ਼ ਤੇ ਲੈ ਲਈ ਗਈ, ਜਦ ਕਿ ਉਸ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਜੀ। ਉਹ ਸਾਰੇ ਨਿਯਮਾਂ ਨੂੰ ਛਿੱਕੇ ਟੰਕਣ ਵਾਲੀ ਇਸ ਲੀਜ਼ ਡਾਕੂਮੈਂਟ ਦੇ ਆਧਾਰ ਤੇ ਪੰਚਾਇਤ ਨੇ ਵੀ ਸਾਈਨ ਕਰ ਦਿੱਤੇ, ਪੰਚਾਇਤ ਮੈਂਬਰਾਂ ਨੇ ਵੀ ਸਾਈਨ ਕਰ ਦਿੱਤੇ, ਤੇ ਜਿਹੜੇ ਸੰਬੰਧਿਤ ਧਿਰਾਂ ਸੀ ਗਊਸ਼ਾਲਾ ਵਾਲੇ ਉਹਨੇ ਵੀ ਸਾਈਨ ਕਰਕੇ ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਜੀ। ਇੰਨੀ ਮਹਿੰਗੀ ਜ਼ਮੀਨ ਇਸ ਤਰ੍ਹਾਂ ਦੇ ਦਿੱਤੀ ਗਈ ਗਊਸ਼ਾਲਾ ਨੂੰ, ਜਿੱਥੋਂ ਕਿਸੇ ਨੇ ਪ੍ਰੋਫਿਟ ਖੱਟਣਾ। ਪਰ ਹੋਇਆ ਕੀ ਕਿ ਇੱਕ ਪੰਚਾਇਤ ਮੈਂਬਰ ਦੇ ਦਿਮਾਗ ਵਿੱਚ ਗੱਲ ਆ ਗਈ, ਉਸਨੇ ਇੱਕ ਵਕੀਲ ਕਰਕੇ ਪਟੀਸ਼ਨ ਪਾ ਦਿੱਤੀ ਅਦਾਲਤ ਵਿੱਚ ਵੀ ਆਹ ਦੇਖੋ ਕੀ ਹੋ ਰਿਹਾ ਜੀ। ਅਦਾਲਤ ਨੇ ਸਾਰੀਆਂ ਸੰਬੰਧਿਤ ਧਿਰਾਂ ਨੂੰ, ਪੰਜਾਬ ਸਰਕਾਰ ਨੂੰ, ਬਲੌਂਗੀ ਦੀ ਪੰਚਾਇਤ ਨੂੰ, ਆਪਣੇ ਸਿੱਧੂ ਭਰਾਵਾਂ ਨੂੰ ਤੇ ਉਸ ਟਰਸਟ ਨੂੰ ਜਿਹੜਾ ਗਊਸ਼ਾਲਾ ਚਲਾ ਰਿਹਾ, ਸਾਰਿਆਂ ਨੂੰ ਨੋਟਿਸ ਦੇ ਦਿੱਤੇ ਨੇ ਕਿ ਜਵਾਬ ਦਿਓ। ਪਰ ਜਵਾਬ ਦੀ ਤਰੀਕ ਬੜੀ ਲੰਬੀ ਮੰਗੀ ਹੈ, 29 ਨਵੰਬਰ ਮੇਰੇ ਖਿਆਲ ਮੰਗੀ ਹੈ। ਨਵੰਬਰ ਦੇ ਵਿੱਚ ਸੁਣਵਾਈ ਹੋਣੀ ਦੁਬਾਰਾ, ਉਦੋਂ ਤੱਕ ਉਹ ਆਪਣਾ ਜਵਾਬ ਦਾਖਲ ਕਰਨਗੇ। ਪਰ ਇਹ ਆਖਿਆ ਜਾਂਦਾ ਹੈ ਹਰਪ੍ਰੀਤ ਜੀ ਕਿ ਗਊਸ਼ਾਲਾਵਾਂ ਦਾ ਜਿਹੜਾ ਵਪਾਰ ਹੈ ਜੀ, ਇਹ ਭਾਵੇਂ ਚੈਰੀਟੇਬਲ ਸੰਸਥਾਵਾਂ ਬਣਾ ਕੇ ਕੀਤਾ ਜਾਵੇ, ਪਰ ਇਸ ਵਿੱਚੋਂ ਵੱਡੇ ਮੁਨਾਫੇ ਜਿਹੜੇ ਨੇ ਉਹ ਨਿਕਲਦੇ ਨੇ। ਇੱਕ ਹੋਰ ਗੱਲ ਸਰਕਾਰ ਵਾਸਤੇ ਸਵਾਲ ਹੈ, ਠੀਕ ਹੈ ਗਊ ਦੀ ਰੱਖਿਆ ਕਰਨੀ ਜ਼ਰੂਰੀ ਹੈ, ਕਿ ਇੰਨੀਆਂ ਮਹਿੰਗੀਆਂ ਥਾਵਾਂ ਤੇ ਸ਼ਹਿਰਾਂ ਦੇ ਵਿੱਚ ਗਊਆਂ ਨੂੰ ਰੱਖ ਕੇ ਉਹਨਾਂ ਨੂੰ ਉਹਨਾਂ ਦੀ ਕੋਈ ਖਾਸ ਉਹਨਾਂ ਨੂੰ ਕੋਈ ਸ਼ਾਪਿੰਗ ਕਰਾਉਣੀ ਹੁੰਦੀ ਹੈ? ਬਿਲਕੁਲ, ਉਹਨਾਂ ਦੀ ਖਾਸ ਸਾਂਭ ਸੰਭਾਲ ਦੀ ਸਾਡੇ ਕੋਲ ਜੰਗਲਾਤ ਨੇ, ਹੁਸ਼ਿਆਰਪੁਰ ਵਿੱਚ ਨੇ, ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਨੇ, ਕਿਉਂ ਨਹੀਂ ਸਰਕਾਰੀ ਜ਼ਮੀਨ ਜਿਹੜੀ ਹਜ਼ਾਰਾਂ ਏਕੜ ਜੰਗਲਾਤ ਪਿਆ ਹੋਇਆ ਕਿਉਂ ਨਹੀਂ ਉੱਥੇ ਰੱਖਾਂ ਬਣਾ ਕੇ ਤੇ ਉਹਨਾਂ ਨੂੰ ਕੁਦਰਤੀ ਮਾਹੌਲ ਦੇ ਵਿੱਚ ਰਹਿਣ ਦਿੱਤਾ ਜਾਂਦਾ? ਬਿਲਕੁਲ, ਨਾਲੇ ਜ਼ਮੀਨ ਯੂਟਿਲਾਈਜ਼ ਹੁੰਦੀ ਹੈ, ਜ਼ਮੀਨ ਯੂਟਿਲਾਈਜ਼ ਹੁੰਦੀ ਹੈ। ਜੇ ਉਹ ਬੈਟਰ ਆਪਣੇ ਨੈਚੁਰਲ ਕੁਦਰਤੀ ਮਾਹੌਲ ਵਿੱਚ ਰਹਿ ਸਕਦੀਆਂ ਨੇ, ਤੇ ਇਹੋ ਜਿਹੀ ਮਹਿੰਗੀ ਜ਼ਮੀਨ, ਇਹ ਸਾਰੇ ਸਵਾਲਾਂ ਦੇ ਜਵਾਬ ਭਵਿੱਖ ਦੀ ਹਿੱਕ ਦੇ ਵਿੱਚ ਲੁਕੇ ਹੋਏ ਨੇ ਜੀ, ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ। ਜੀ ਜੀ ਬਿਲਕੁਲ ਕੁਲਦੀਪ ਜੀ, ਇਹ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਕੁਲਦੀਪ ਜੀ, ਚਰਚਾ ਸ਼ੁਰੂ ਕਰਦੇ ਹਾਂ ਕਿ ਸ਼ਰਜੀਲ ਇਮਾਮ ਜੋ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਤੇ ਉਸ ਤੇ ਇੱਕ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿੱਚ ਦੇਸ਼ ਧਰੋਹ ਦਾ ਮਾਮਲਾ ਦਰਜ ਹੈ, ਤੇ ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦੇ ਹਲਫਨਾਮੇ ਤੇ ਸਵਾਲ ਚੁੱਕੇ ਜਾ ਰਹੇ ਨੇ। ਦਿੱਲੀ ਪੁਲਿਸ ਜਿਸ ਦੀ ਕਾਰਜਸ਼ੈਲੀ ਜੀ ਤੇ ਬਹੁਤ ਸਵਾਲ ਚੁੱਕੇ ਗਏ ਨੇ, ਪਹਿਲੀ ਵਾਰੀ ਨਹੀਂ ਹੋ ਰਿਹਾ ਜੀ। ਬਿਲਕੁਲ, GNU ਦੇ ਵਿੱਚ ਹੀ ਕਨਈਆ ਨੇ ਸਪੀਚ ਦਿੱਤੀ ਸੀ, ਉਸ ਤੇ ਵੀ ਸਵਾਲ ਚੁੱਕੇ ਗਏ ਸੀ। ਦਿੱਲੀ ਪੁਲਿਸ ਉਦੋਂ ਵੀ ਸਵਾਲਾਂ ਦੇ ਘੇਰੇ ਸੀ ਜੀ। ਫਿਰ ਕਿਸਾਨ ਅੰਦੋਲਨ ਦੇ ਮਾਮਲੇ ਦੇ ਵਿੱਚ ਤੇ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਹੋਏ, ਜਿਸ ਵਿੱਚ ਦਿੱਲੀ ਪੁਲਿਸ ਨੇ ਬੜੇ ਅਜੀਬੋ-ਗਰੀਬ ਤਰਕ ਜਿਹੜੇ ਸੀ ਅਦਾਲਤਾਂ ਵਿੱਚ ਪੇਸ਼ ਕੀਤੇ ਜੀ। ਸ਼ਰਜੀਲ ਇਮਾਮ ਜੋ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਜੀ, ਉਸ ਤੇ ਇਹ ਦੋਸ਼ ਲੱਗਾ ਕਿ ਉਸਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ 2 ਤਕਰੀਰਾਂ ਕੀਤੀਆਂ, ਜਿੱਥੇ ਉਸਨੇ ਭੜਕਾਊ ਭਾਸ਼ਣ ਦਿੱਤਾ ਹੈ ਤੇ ਦੇਸ਼ ਨੂੰ ਤੋੜਨ ਦੀ ਗੱਲ ਕੀਤੀ ਹੈ ਜੀ, ਤੇ ਉੱਥੇ ਉਸ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ। ਉਸ ਦੀ ਕਾਰਵਾਈ ਚੱਲ ਰਹੀ ਹੈ, ਉਸ ਵਿੱਚ ਦਿੱਲੀ ਪੁਲਿਸ ਦੇ ਵਕੀਲ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਉਸ ਦਾ ਜ਼ਿਕਰ ਕਰਾਂਗੇ ਜੀ। ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਉਹ ਕਿਹੜਾ ਭਾਸ਼ਣ ਹੈ। ਉਸ ਤੇ ਦੋਸ਼ ਹੈ ਕਿ 2019-20 ਦੇ ਵਿੱਚ ਇਹਨਾਂ ਦੋਵੇਂ ਯੂਨੀਵਰਸਿਟੀ ਦੇ ਵਿੱਚ ਉਹ ਬੋਲਦੇ ਹੋਏ ਉਸਨੇ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਬੋਲਦੇ ਹੋਏ ਉਸਨੇ ਗੱਲਬਾਤ ਕੀਤੀ ਤੇ ਇਹ ਕਿਹਾ ਕਿ ਅਸਾਮ ਜਿਹੜਾ ਹੈ ਇਸ ਨੂੰ ਭਾਰਤ ਨਾਲੋਂ ਤੋੜਿਆ ਜਾ ਸਕਦਾ ਜੀ, ਤੇ ਦੇਸ਼ ਨੂੰ ਉਹਨੇ ਭੜਕਾਉਣ ਦੀ ਗੱਲ ਕੀਤੀ ਹੈ। ਇਸ ਤਰ੍ਹਾਂ ਦੇ ਜਿਹੜੇ ਬਿਆਨ ਹਨ, ਜਿਹੜੇ ਐਫੀਡੇਵਿਟ ਹਨ, ਉਹ ਦਿੱਲੀ ਪੁਲਿਸ ਨੇ ਦਾਖਲ ਅਦਾਲਤ ਵਿੱਚ ਕੀਤੇ ਨੇ। ਹੁਣ ਉਹਨਾਂ ਨੇ ਇਹ ਕਿਹਾ, ਜਦੋਂ ਤਰਕ ਪੁੱਛੇ ਗਏ ਵਕੀਲ ਨੂੰ ਕਿ ਤੁਹਾਨੂੰ ਕਿੱਥੋਂ ਲੱਗਾ ਕਿ ਇਹ ਇੱਕ ਖਾਸ ਵਰਗ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਜੀ, ਕਹਿੰਦੇ ਜੀ ਇਸਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਅਸਲਾਮ ਅਲੈਕਮ ਤੋਂ ਕੀਤੀ ਹੈ ਜੀ। ਇਹ ਤਰਕ ਹੈ ਪਹਿਲਾਂ ਜੀ। ਹਾਲਾਂਕਿ ਜਿਹੜੇ ਬਾਕੀ ਤੱਥ ਅਦਾਲਤ ਵਿੱਚ ਦਿੱਲੀ ਪੁਲਿਸ ਨੇ ਪੇਸ਼ ਕੀਤੇ ਨੇ, ਉਹਨਾਂ ਤੇ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਨੇ, ਪਰ ਇੰਨਾ ਹਾਸੋਹੀਣਾ ਤਰਕ ਬਿਲਕੁਲ ਜਿਸ ਤੇ ਅਦਾਲਤ ਦੇ ਵਿੱਚ ਕੋਈ ਬਹੁਤੀ ਗਲਤ ਨਹੀਂ ਹੋਈ, ਪਰ ਵਿਰੋਧ ਦੀ ਜਿਹੜੀ ਇੱਕ ਗੱਲ ਹੈ ਨਾ, ਇੱਕ ਵਿਰੋਧ ਦਾ ਹੱਕ ਹੈ ਜੀ। ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਵਿਰੋਧ ਦੇ ਵਿੱਚ ਤੇ ਬਹੁਤ ਸਾਰੀ ਜਗ੍ਹਾ ਤੇ ਮੁਜ਼ਾਹਰੇ ਹੋਏ, ਬਿਲਕੁਲ ਬਹੁਤ ਕੁਝ ਹੋਇਆ, NRC ਤੇ ਵੀ ਗੱਲ ਹੋਈ ਹੈ, ਬਿਲਕੁਲ
ਹੁਣ ਇਹਨਾਂ ਦੋਨਾਂ ਮੁੱਦਿਆਂ ਤੇ ਸਿਆਸਤ ਪੱਖੀ ਰਹੀ ਹੈ ਜੀ। ਪਰ ਸ਼ਰਜੀਲ ਇਮਾਮ ਤੇ ਇਹ ਕਹਿ ਦੇਣਾ ਕਿ ਉਸਨੇ ਦੰਗੇ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਵਕੀਲ ਨੇ ਤੇ ਅਦਾਲਤ ਵਿੱਚ ਇੱਥੋਂ ਤੱਕ ਕਹਿ ਦਿੱਤਾ, ਕਹਿੰਦਾ ਜੱਜ ਸਾਹਿਬ ਇਸ ਨੂੰ ਕੋਈ ਮਾਮੂਲੀ ਜੇਬ ਕਤਰਾ ਨਹੀਂ ਹੈ, ਇਹੋ ਕੋਈ ਜਾਂ ਕੋਈ ਡਰੱਗ ਪੈਡਲਰ ਨਹੀਂ ਹੈ ਜੋ ਛੋਟੇ ਮੋਟੇ ਨਸ਼ੇ ਵੇਚਦਾ ਫਿਰਦਾ, ਇੱਕ ਬਹੁਤ ਤੇਜ਼ ਤਰਾਰ ਸ਼ਾਤਰ ਸਪੀਕਰ ਹੈ, ਯੂਨੀਵਰਸਿਟੀ ਦਾ ਸਟੂਡੈਂਟ ਹੈ, ਜਿਹੜਾ ਦੋ ਧੜਿਆਂ ਨੂੰ ਆਪਸ ਵਿੱਚ ਲੜਾਉਣ ਦੀ ਸਮਰੱਥਾ ਰੱਖਦਾ ਤੇ ਲੋਕਾਂ ਨੂੰ ਇਕੱਠੇ ਕਰਨ ਦੀ ਸਮਰੱਥਾ ਵੀ ਰੱਖਦਾ। ਇਸ ਤਰ੍ਹਾਂ ਦੇ ਇਲਜ਼ਾਮ ਉਸ ਤੇ ਲੱਗੇ ਨੇ। ਸ਼ਰਜੀਲ ਇਮਾਮ ਦਾ ਕੇਸ ਕਿੰਨਾ ਲੰਬਾ ਚੱਲੇਗਾ, ਕਿਹੜੀਆਂ ਸਰਕਾਰਾਂ ਆਉਣਗੀਆਂ ਤੇ ਕੀ ਹੋਵੇਗਾ, ਤੇ ਦਿੱਲੀ ਪੁਲਿਸ ਗਾਂ ਕਿੰਨੇ ਕੁ ਸਬੂਤ ਪੇਸ਼ ਕਰ ਸਕਦੀ ਹੈ, ਇਹ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਪਰ ਹਾਸੋਹੀਣੇ ਤਰਕ ਦੇ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦਾ ਕੋਈ ਜਵਾਬ ਨਹੀਂ। ਮਤਲਬ ਇਹ ਹੈ ਕਿ ਕਦੋਂ ਤੱਕ ਚੱਲੇਗੀ ਤਾਰੀਖ ਪੇ ਤਾਰੀਖ ਸਾਨੂੰ ਨਹੀਂ ਪਤਾ। ਤੇ ਅਸੀਂ ਤਾਰੀਖ ਪੇ ਤਾਰੀਖ ਦੀ ਜੇ ਗੱਲ ਕਰਦੇ ਹਾਂ ਤਾਂ ਧੰਨਵਾਦ ਦੇ ਵਿੱਚ ਇੱਕ ਜੱਜ ਜਿਹੜੇ ਕਿ ਜੋਗਿੰਗ ਕਰਨ ਜਾ ਰਹੇ ਸੀ, ਉਹਨਾਂ ਨੂੰ ਇੱਕ ਆਟੋ ਨੇ ਟੱਕਰ ਮਾਰ ਦਿੱਤੀ। ਉੱਤਮ ਆਨੰਦ ਨਾਮ ਦੇ ਜਿਹੜੇ ਜੱਜ ਸੀ ਤੇ ਉਹਨਾਂ ਦੀ ਮੌਤ ਹੋ ਗਈ। ਜੇ ਆਮ ਲੋਕਾਂ ਨੂੰ ਇੱਥੇ ਇਨਸਾਫ ਨਹੀਂ ਮਿਲਦਾ ਤਾਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਜੱਜ ਉਹਨਾਂ ਨੂੰ ਜਲਦੀ ਇਨਸਾਫ ਮਿਲ ਜਾਏਗਾ? ਦੇਖੋ ਹਰਪ੍ਰੀਤ ਜੀ, ਗੱਲ ਇਹ ਹੈ ਜੀ, ਕੋਰਟ ਦਾ ਜੱਜ ਹੋਵੇ ਭਾਵੇਂ ਉਹ ਯੰਗ ਸੀ ਕਾਫੀ ਉਮਰ ਦੇ ਵਿੱਚ, ਸਵੇਰ ਨੂੰ ਜੀ ਬਿਲਕੁਲ ਦੌੜੇ ਜਾ ਰਹੇ ਸੀ, ਹਲਕਾ ਦੌੜ ਰਹੇ ਸੀ, ਕਸਰਤ ਕਰ ਰਹੇ ਸੀ ਆਪਣੀ ਜੀ। ਜੇ ਤੇ ਫਿਰ ਉਹੀ ਗੱਲ ਆਵੇ ਕਿ ਸਿਸਟਮ ਪੁਰਾਣੇ ਦੇ ਹਿਸਾਬ ਵਾਲਾ ਜੱਜ ਹੁੰਦਾ ਕੋਈ ਤੇ ਦੋ ਬੋਡੀਗਾਰਡ ਪਿੱਛੇ ਹੁੰਦੇ ਤੇ ਦੋ ਅੱਗੇ ਹੁੰਦੇ ਤੇ ਦੋ ਗੱਡੀਆਂ ਅੱਗੇ ਹੁੰਦੀਆਂ ਤੇ ਦੋ ਪਿੱਛੇ ਹੁੰਦੀਆਂ, ਫਿਰ ਦੇਖਦੇ ਕਿਹੜਾ ਮਾਈ ਦਾ ਲਾਲ ਆਉਂਦਾ ਲੱਗੇ। ਬਿਲਕੁਲ, ਕਿਹਦੀ ਜ਼ਰੂਰਤ ਸੀ, ਫਿਰ ਕਿਹਦੀ ਜ਼ਰੂਰਤ ਸੀ? ਪਰ ਜੱਜ ਸਾਹਿਬ ਇਕੱਲੇ ਸਨ। ਜੱਜ ਸਾਹਿਬ ਦਾ ਰਿਕਾਰਡ ਬਹੁਤ ਵਧੀਆ ਸੀ। ਬਿਲਕੁਲ। ਤੇ ਜੱਜ ਸਾਹਿਬ ਜਾ ਰਹੇ ਨੇ, ਇੱਕ ਆਟੋ ਆਉਂਦਾ ਆ ਸਾਈਡ ਤੋਂ ਦੀ ਖੁੱਲੀ ਡੁੱਲੀ ਸੜਕ ਤੇ ਘੁੰਮ ਕੇ ਆ ਕੇ ਤੇ ਉਹਨਾਂ ਦੇ ਬਿਲਕੁਲ ਲੱਗ ਆ ਕੇ ਦੂਜੇ ਪਾਸਿਓਂ ਇੱਕ ਕਿਸਮ ਦੀ ਜਿਹੜਾ ਨਾ ਬਿਲਕੁਲ ਸਾਫ਼ ਦਿਸਦਾ ਸੀਸੀਟੀਵੀ ਫੁਟੇਜ ਦੇ ਵਿੱਚ ਕਿ ਉਹਨਾਂ ਨੂੰ ਟੱਕਰ ਮਾਰ ਰਿਹਾ। ਜੱਜ ਸਾਹਿਬ ਉੱਥੇ ਡਿਗੇ ਰਹਿੰਦੇ ਨੇ, ਉਹਨਾਂ ਨੂੰ ਕਾਫੀ ਦੇਰ ਕੋਈ ਚੁੱਕਦਾ ਨਹੀਂ। ਬਿਲਕੁਲ। ਹਸਪਤਾਲ ਲੈ ਕੇ ਜਾਂਦੇ ਉਹਨਾਂ ਨੂੰ ਤੇ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਥੋੜੀ ਦੇਰ ਉਹਨਾਂ ਦੀ ਬੋਡੀ ਵੀ ਬੇਪਛਾਣ ਰਹਿੰਦੀ। ਫਿਰ ਜਦੋਂ ਘਰ ਦੇ ਰੌਲਾ ਪਾਉਂਦੇ ਨੇ ਕਿ ਸਾਡਾ ਘਰ ਦਾ ਵਿਅਕਤੀ ਕਿੱਥੇ ਹੈ, ਤੇ ਫਿਰ ਪਤਾ ਲੱਗਦਾ ਕਿ ਜੱਜ ਸਾਹਿਬ ਨੇ। ਅਦਾਲਤਾਂ ਨੇ ਬਹੁਤ ਇਸ ਤੇ ਨਾਰਾਜ਼ਗੀ ਜ਼ਾਹਰ ਕੀਤੀ। ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਹੀ, ਉਸ ਤੋਂ ਕੁਝ ਦਿਨ ਪਹਿਲਾਂ ਹੀ ਕੋਈ ਬੜੇ ਤਗੜੇ ਮੁਜਰਮਾਂ ਦੀਆਂ ਜ਼ਮਾਨਤਾਂ ਉਹਨਾਂ ਨੇ ਖਾਰਜ ਕੀਤੀਆਂ ਸਨ। ਫਿਰ ਦੇਸ਼ ਦੀਆਂ ਅਦਾਲਤਾਂ ਬਾਕੀ ਵੀ ਬੋਲੀਆਂ ਕਿ ਜੇ ਫੈਸਲੇ ਲੈਣ ਵਾਲੇ ਲੋਕ ਸੁਰੱਖਿਅਤ ਨਹੀਂ ਹੋਣਗੇ ਤੇ ਫੈਸਲੇ ਕਿਵੇਂ ਸਹੀ ਹੋਣਗੇ। ਬਿਲਕੁਲ, ਕਿਵੇਂ ਫੈਸਲੇ ਸਹੀ ਹੋਣਗੇ। ਫਿਰ ਉਸ ਤੇ ਸੀਬੀਆਈ ਦੀ ਜਾਂਚ ਚੱਲ ਪਈ, ਫੜੋ ਫੜੀ ਹੋਈ। ਲਓ ਜੀ, ਆਟੋ ਵਾਲੇ ਦਾ ਪਤਾ ਲੱਗ ਗਿਆ, ਜਿਸਨੇ ਆਟੋ ਮਾਰੀ ਸੀ ਟੱਕਰ ਉਹਦਾ ਪਤਾ ਲੱਗ ਗਿਆ ਆਟੋ ਚੋਰੀ ਦਾ ਸੀ। ਇੱਕ ਸਾਈਕਲ ਵਾਲਾ ਰੁਕਦਾ, ਫਿਰ ਚੱਲ ਥੋੜੀ ਦੇਰ ਰੁਕ ਕੇ ਫਿਰ ਨਿਕਲ ਜਾਂਦਾ। ਉਹ ਕਿਉਂ ਨਹੀਂ ਰੁਕਿਆ, ਉਸਨੇ ਕਿਉਂ ਨਹੀਂ ਪਹੁੰਚਾਇਆ, ਸਾਰੀਆਂ ਗੱਲਾਂ ਦੀ ਜਾਂਚ ਹੁੰਦੀ ਹੈ। ਹੁਣ ਅਦਾਲਤ ਦੇ ਵਿੱਚ ਫਿਰ ਇੱਕ ਵਾਰੀ ਮਾਮਲਾ ਤੇ ਸੀਬੀਆਈ ਨੂੰ ਪੁੱਛਿਆ ਗਿਆ ਕਿ 5 ਹਫ਼ਤੇ ਹੋ ਗਏ ਨੇ ਭਾਈ ਜੱਜ ਦੀ ਮੌਤ ਨੂੰ, ਇੰਨੀ ਵੱਡੀ ਸੀਸੀਟੀਵੀ ਸਾਡੇ ਕੋਲ ਫੁਟੇਜ ਹੈ ਤੇ ਤੁਸੀਂ ਕੀਤਾ ਹੀ ਕੋਈ ਨਹੀਂ। ਬਿਲਕੁਲ। ਸੀਬੀਆਈ ਨੂੰ ਉੱਥੇ ਕੋਈ ਬਹੁਤਾ ਜਵਾਬ ਔੜਿਆ ਨਹੀਂ ਤੇ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਉਹ ਜਿਹੜਾ ਵਿਅਕਤੀ ਦੇਖ ਕੇ ਗਿਆ ਸੀ ਉਹਨਾਂ ਨੂੰ ਡਿੱਗਿਆਂ ਨੂੰ, ਤੁਸੀਂ ਉਹ ਤੋਂ ਪੁੱਛਗਿੱਛ ਕੀਤੀ ਆ? ਹਾਂਜੀ ਕੀਤੀ ਆ। ਉਸਨੇ ਕੀ ਦੱਸਿਆ? ਉਹ ਕਹਿੰਦਾ ਜੀ ਮੈਨੂੰ ਇਸ ਤਰ੍ਹਾਂ, ਜਦੋਂ ਮੈਂ ਬਲੱਡ ਪ੍ਰੈਸ਼ਰ ਦਾ ਮਰੀਜ਼ ਹਾਂ ਤੇ ਜਦੋਂ ਮੈਂ ਕੋਈ ਖੂਨ ਦੇਖਦਾ ਤੇ ਮੇਰਾ ਬਲੱਡ ਪ੍ਰੈਸ਼ਰ ਵੱਧ ਜਾਂਦਾ, ਇਸ ਕਰਕੇ ਮੈਂ ਬਹੁਤੀ ਦੇਰ ਉੱਥੇ ਰੁਕਿਆ ਨਹੀਂ। ਉਹਨਾਂ ਨੇ, ਅਦਾਲਤ ਨੇ ਫਿਰ ਪੁੱਛਿਆ ਕਿ ਤੁਸੀਂ ਉਸਦਾ ਮੈਡੀਕਲ ਰਿਪੋਰਟ ਜਿਹੜੀ ਹੈ ਲਿਆਂਦੀ ਹੈ ਇਸ ਮਾਮਲੇ ਦੀ ਕਿ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ? ਉਹ ਜੀ ਕੋਲੇ ਦੀਆਂ ਖਾਨਾ ਫਲਾਨਾ, ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਨੇ। ਕੋਲੇ ਦੀਆਂ ਖਾਨਾਂ ਦਾ ਅਸਲ ਵਿੱਚ ਕੰਮ ਹੈ ਉੱਥੇ ਆਸੇ-ਪਾਸੇ, ਗਰੀਬ ਲੋਕ ਨੇ ਪਰ ਲੁੱਟਣ ਵਾਲੇ ਉਹਨਾਂ ਨੂੰ ਡਾਢੇ ਨੇ ਜੀ। ਤੇ ਉਹ ਕੋਲੇ ਦੀਆਂ ਖਾਨਾਂ ਦੇ ਚਲਦਿਆਂ ਉੱਥੇ ਗੁੰਡਾਗਰਦੀ ਅਕਸਰ ਚੱਲਦੀ ਹੈ ਵੱਡੇ ਪੱਧਰ ਤੇ, ਜਿਵੇਂ ਪੁਰਾਣੀਆਂ ਫਿਲਮਾਂ ਵਿੱਚ ਦਿਖਾਇਆ ਜਾਂਦਾ ਹੁੰਦਾ ਸੀ। ਇਸ ਤਰ੍ਹਾਂ ਦਾ ਕੰਮ ਹੈ ਤੇ ਬੜਾ ਰਿਸਕੀ ਹੈ। ਜੇ ਸਰਕਾਰ ਇਸ ਮੁੱਦੇ ਤੇ ਕੋਈ ਠੋਸ ਫੈਸਲਾ ਨਹੀਂ ਲੈਂਦੀ ਤੇ ਇਹ ਗਾਂਹ ਵਾਸਤੇ ਵੀ ਮਾੜਾ ਜਿਹੜਾ ਇੱਕ ਸਿਸਟਮ ਹੈ ਸਾਨੂੰ ਉਹ ਆਉਂਦਾ ਦੇਖ ਸਕਦੇ ਹਾਂ ਅਸੀਂ ਕਿ ਇਸ ਤਰ੍ਹਾਂ ਹੋ ਸਕਦਾ। ਪਰ ਇੱਕ ਗੱਲ ਹੋਰ ਇੱਥੇ, ਹੁਣ ਜਦੋਂ ਦਬਾਅ ਪਏਗਾ ਸੀਬੀਆਈ ਤੇ, ਫਿਰ ਕਿਸੇ ਨੂੰ ਬਲੀ ਦਾ ਬੱਕਰਾ ਬਣਾਇਆ ਜਾਏਗਾ, ਇਹ ਵੀ ਹੋ ਜਾਂਦਾ ਸਾਡੇ। ਬਿਲਕੁਲ। ਸੋ ਦੋਵੇਂ ਪਾਸਿਆਂ ਦਾ ਖਿਆਲ ਰੱਖਣਾ ਪਏਗਾ ਕਿ ਜਾਂਚ ਹੋਵੇ ਤੇ ਸਹੀ ਹੋਵੇ, ਤੇ ਜਿਹੜੀ ਅਸਲ ਜਾਂਚ ਹੁੰਦੀ ਹੈ ਨਿਰਪੱਖ ਜਾਂਚ ਹੋਵੇ, ਕਿਸੇ ਨੂੰ ਐਵੇਂ ਨਾ ਟੰਗ ਦਿੱਤਾ ਜਾਵੇ। ਸੋ ਅਜੇ ਤੱਕ ਜੱਜ ਸਾਹਿਬ ਦੇ ਉਹਨਾਂ ਨੂੰ ਇੰਨੇ ਦਿਨ ਹੋ ਗਏ ਨੇ, 5 ਹਫ਼ਤੇ ਹੋ ਗਏ ਨੇ, ਅਜੇ ਤੱਕ ਗੱਲ ਕਿਸੇ ਬੰਨੇ ਕੰਡੇ ਲੱਗੀ ਨਹੀਂ। ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਸਹੀ ਫੈਸਲਾ ਲੈਣ ਦੀ ਜੱਜ ਨੂੰ ਵੀ ਸਜ਼ਾ ਭੁਗਤਣੀ ਪਏਗੀ। ਜਾਂਚ ਮੁਕੰਮਲ ਨਹੀਂ ਹੈ। ਜਾਂਚ ਅਦਾਲਤ ਨੇ ਕਿਹਾ ਕਿ ਇੰਨੀ ਸੁਸਤ ਕਿਉਂ ਆ ਭਾਈ, ਦੱਸੋ ਤਾਂ ਸਹੀ। ਉੱਥੇ ਆਸੇ-ਪਾਸੇ ਦੀਆਂ ਗੱਲਾਂ ਬਹੁਤੀਆਂ ਕੀਤੀਆਂ ਗਈਆਂ, ਉਸ ਦਾ ਕੋਈ ਠੋਸ ਜਵਾਬ ਅਦਾਲਤ ਦੀ ਗੱਲ ਦਾ ਨਹੀਂ ਦਿੱਤਾ ਗਿਆ ਕਿ ਸੁਸਤ ਕਿਉਂ। ਅਕਸਰ ਦੱਸੋ ਤਾਂ ਸਹੀ, ਕੋਈ ਰਿਪੋਰਟ ਤੇ ਦਾਖਲ ਕਰੋ ਜੀ। ਬਿਲਕੁਲ ਜੀ ਕੁਲਦੀਪ ਜੀ, ਹੁਣ ਅਸੀਂ ਗੱਲ ਕਰ ਲੈਂਦੇ ਹਾਂ ਤਾਲਿਬਾਨ ਦੀ। ਤਾਲਿਬਾਨ ਜੋ ਕਿ ਸ਼ੁਰੂ ਤੋਂ ਹੀ ਮਸ਼ਹੂਰ ਨੇ ਕਿ ਉਹ ਲੜਾਕਿਆਂ ਦੇ ਰੂਪ ਵਿੱਚ ਹਥਿਆਰਾਂ ਨੂੰ ਨਾ ਸਿਰਫ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ ਨੇ ਬਲਕਿ ਉਹਨਾਂ ਨੂੰ ਸ਼ਰੇਆਮ ਚਲਾਉਂਦੇ ਵੀ ਨੇ। ਤੇ ਉਹ ਪਿੱਛੇ ਜੇ ਬਿਆਨ ਦੇ ਰਹੇ ਸੀ, ਬੜਾ ਹੀ ਨਰਮ ਜਿਹਾ ਬਿਆਨ ਦੇਸ਼ ਦੇ ਉੱਪਰ, ਕਿ ਉਹ ਜਿਹੜਾ ਸਾਡਾ ਦੇਸ਼ ਹੈ ਇਹਦੇ ਉੱਪਰ
ਉਹ ਕੋਈ ਸਿਆਸਤ ਨਹੀਂ ਕਰਨਗੇ, ਅਸੀਂ ਇਹ ਕਹਿ ਸਕਦੇ ਹਾਂ। ਕਿ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਦੀ ਇਮੇਜ ਇੱਦਾਂ ਦੀ ਹੋਵੇ ਉਹ ਕੁਝ ਬੋਲਣਗੇ ਨਹੀਂ ਕਸ਼ਮੀਰ ਮੁੱਦੇ ਨੂੰ ਲੈ ਕੇ ਜਾਂ ਮੁਸਲਮਾਨਾਂ ਨੂੰ ਲੈ ਕੇ? ਅਸਲ 'ਚ ਗੱਲ ਇਹ ਹੈ ਕਿ ਸਿਆਸਤ ਜਿਹੜੇ ਸਿਆਸਤਦਾਨ ਨੇ ਨਾ ਜੀ, ਉਹਨਾਂ ਨੇ ਤਾਂ ਸਿਆਸਤ ਕਰਨੀ ਹੈ। ਬਿਲਕੁਲ। ਹੁਣ ਚਾਹੇ ਇਹ ਤੇ ਤਾਲਿਬਾਨ ਦੀ ਗੱਲ ਹੈ ਅਫਗਾਨਿਸਤਾਨ ਦੀ, ਜੇ ਭਾਰਤ ਤੇ ਅਮਰੀਕਾ ਦੇ ਜਾਂ ਭਾਰਤ ਤੇ ਦੱਖਣੀ ਕੋਰੀਆ ਦੇ ਜਾਂ ਭਾਰਤ ਤੇ ਰੂਸ ਦੇ ਸੰਬੰਧ ਚੰਗੇ ਨੇ, ਸਿਆਸਤ ਇਹਨਾਂ ਵਿੱਚ ਵੀ ਚੱਲਦੀ ਹੈ, ਬਿਲਕੁਲ ਚੱਲੇਗੀ। ਛੱਡੋ ਦੂਰ, ਪੰਜਾਬ ਵਿੱਚ ਕੀ ਚੱਲ ਰਿਹਾ, ਸਿਆਸਤ ਹੀ ਚੱਲ ਰਹੀ ਨਾ, ਬਿਲਕੁਲ। ਤੇ ਪੰਜਾਬ ਦੇ ਭਲੇ ਦੀ ਗੱਲ ਤਾਂ ਕਿਤੇ ਪਿੱਛੇ ਰਹਿ ਜਾਂਦੀ ਹੈ। ਬਿਲਕੁਲ, ਸਿਆਸਤ ਤੇ ਹੋਏਗੀ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਤਾਲਿਬਾਨ ਨੂੰ ਸਿਆਸਤਦਾਨ ਦੇ ਤੌਰ ਤੇ ਅੱਜ ਤੱਕ ਜਾਣਿਆ ਨਹੀਂ ਗਿਆ, ਜਿਵੇਂ ਤੁਸੀਂ ਆਖਿਆ ਲੜਾਕੇ ਦੇ ਤੌਰ ਤੇ ਜਾਣਿਆ ਗਿਆ। ਬਿਲਕੁਲ। ਤੇ ਜਿਸ ਤਰ੍ਹਾਂ ਦਾ ਉਹਨਾਂ ਨੇ ਪਹਿਲਾ ਸਿਸਟਮ ਚਲਾਇਆ ਸੀ, ਤਾਲਿਬਾਨ 1 ਵਰਸ਼ਨ ਜਿਹੜਾ ਸੀ ਉਹਨਾਂ ਦਾ, ਬਿਲਕੁਲ, ਉੱਥੇ ਤੇ ਭਾਰਤ ਨੂੰ ਇਸ ਤਰ੍ਹਾਂ ਦੇ ਹੱਥ ਲੱਗੇ ਕਿ ਇਹਨਾਂ ਦਾ ਜਹਾਜ਼ ਵੀ ਅਗਵਾ ਕਰ ਲਿਆ, ਬੇਇੱਜ਼ਤ ਵੀ ਕੀਤਾ ਗਿਆ, ਤੇ ਬੰਦਾ ਵੀ ਮਾਰ ਦਿੱਤਾ ਗਿਆ। ਤੇ ਫਿਰ ਤਾਲਿਬਾਨ ਨੇ ਕੋਈ ਕਾਰਵਾਈ ਨਹੀਂ ਕੀਤੀ। ਤਾਲਿਬਾਨ ਦੀਆਂ ਅੱਖਾਂ ਦੇ ਸਾਹਮਣੇ ਉਹ ਅਗਵਾਸ਼ੁਦਾ ਵਿਅਕਤੀਆਂ ਨੂੰ ਜਿਹੜੇ ਭਾਰਤ ਦੀ ਕੈਦ ਚੋਂ ਛੁਡਾਏ ਗਏ ਸੀ, ਲੈ ਕੇ ਭੱਜ ਗਏ, ਤੇ ਭਾਰਤ ਵਾਲੇ ਕੁਝ ਕਰ ਨਾ ਸਕੇ। ਸਾਰੀ ਦੁਨੀਆ ਵੀ ਨਹੀਂ ਬੋਲੀ। ਬਿਲਕੁਲ ਹੋਇਆ ਸਾਰਾ ਕੁਝ। ਪਰ ਤਾਲਿਬਾਨ 2 ਨਾਲ ਸੰਬੰਧ ਕੁਝ ਵੱਖਰੇ ਜਾਪਦੇ ਨੇ ਭਾਰਤ ਦੇ। ਉਹ ਇਹ ਕਿ ਤਾਲਿਬਾਨ ਨੂੰ ਅੱਤਵਾਦੀ ਸੰਗਠਨ ਗਰਦਾਨਿਆ ਹੋਇਆ ਸੀ ਭਾਰਤ। ਬਿਲਕੁਲ। ਤੇ ਤਾਲਿਬਾਨ ਨੂੰ ਅਮਰੀਕਾ ਨੇ ਵੀ ਕਹਿ ਦਿੱਤਾ ਸੀ ਕਿ ਅਸੀਂ ਇਹਨਾਂ ਨੂੰ ਅੱਤਵਾਦੀ ਮੰਨਦੇ ਹਾਂ। ਪਰ ਹੁਣ ਅਮਰੀਕਾ ਨੇ ਗੱਲਬਾਤ ਉਹਨਾਂ ਨਾਲ ਦੋਹਾ ਕਤਰ 'ਚ ਸ਼ੁਰੂ ਕੀਤੀ ਤੇ ਸਾਰੀ ਡੀਲ ਦੇ ਤਹਿਤ ਅਮਰੀਕਾ ਉੱਥੋਂ ਨਿਕਲ ਗਿਆ। ਬਿਲਕੁਲ। ਭਾਰਤ ਵਾਲਿਆਂ ਦਾ ਵੀ ਬਹੁਤ ਵੱਡੇ ਸਟੇਕ ਨੇ। ਭਾਰਤ ਨੇ ਖਰਚਾ ਬਹੁਤ ਬਿਲੀਅਨਸ ਡਾਲਰ ਉੱਥੇ ਕੀਤਾ, ਬਿਲਕੁਲ ਇਨਵੈਸਟ ਕੀਤਾ ਹੋਇਆ ਉੱਥੇ ਜੀ। ਭਾਰਤ ਦੇ ਵਪਾਰ ਤੇ ਵੀ ਸੰਬੰਧ ਅਸਰ ਪੈ ਰਿਹਾ, ਤੇ ਜਿਹੜਾ ਰਾਜਨੀਤਿਕ ਸੰਬੰਧ ਨੇ, ਪਾਕਿਸਤਾਨ ਵੀ ਉਸੇ ਪੋਲਿਟਿਕਸ ਦੇ ਵਿੱਚ ਆ ਰਿਹਾ। ਸਾਰਾ ਕੁਝ ਚੀਨ ਦਾ ਵੀ ਦਬਦਬਾ ਵੱਧ ਰਿਹਾ, ਸਾਰਾ ਕੁਝ ਦੇਖਦੇ ਭਾਰਤ ਆਪਣੇ ਪੈਰ ਪਿੱਛੇ ਨਹੀਂ ਖਿੱਚਣਾ ਚਾਹੁੰਦਾ। ਪਰ ਇਹਨਾਂ ਨੇ ਵੀ ਗੱਲਬਾਤ ਦੋਹਾ ਕਤਰ ਦੇ ਵਿੱਚ ਕੀਤੀ ਹੈ। ਉੱਥੇ ਉਹਨਾਂ ਨੂੰ ਆਖਿਆ ਗਿਆ ਕਿ ਤੁਹਾਡੀ ਧਰਤੀ ਨੂੰ ਭਾਰਤ ਦੇ ਖਿਲਾਫ ਅੱਤਵਾਦੀ ਅੱਡੇ ਵਜੋਂ ਨਾ ਵਰਤਿਆ ਜਾਵੇ, ਇਸ ਗੱਲ ਦਾ ਸਾਨੂੰ ਤੁਸੀਂ ਯਕੀਨ ਦਿਓ। ਉਹਨਾਂ ਨੇ ਕਿਹਾ ਕਿ ਇਹ ਕੰਮ ਨਹੀਂ ਹੋਵੇਗਾ। ਪਰ ਹੱਕਾਨੀ ਵਾਲੇ ਜਿਹੜੇ ਉਹਨਾਂ ਨੇ ਸਰਕਾਰ ਦੇ ਵਿੱਚ ਹਿੱਸੇਦਾਰ ਨੇ, ਬਿਲਕੁਲ, ਤੇ ਉਹਨਾਂ ਦਾ ਜਿਹੜਾ ਭਾਰਤ ਨਾਲ ਰਿਕਾਰਡ ਕੋ ਬਹੁਤਾ ਸਿੱਧਾ ਪੱਧਰਾ ਨਹੀਂ। ਬਿਲਕੁਲ। ਭਾਰਤ ਨੇ ਉਹਨਾਂ ਨਾਲ ਇਹ ਵੀ ਚਿੰਤਾ ਜ਼ਾਹਰ ਕੀਤੀ ਕਿ ਸਾਡੇ ਕੋਈ ਸਿੱਖ ਤੇ ਹਿੰਦੂ ਮਾਈਨੋਰਿਟੀਜ਼ ਇੱਥੇ ਹਨ, ਉਹਨਾਂ ਦਾ ਖਿਆਲ ਰੱਖਿਆ ਜਾਵੇ, ਤੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਹੱਕ ਦਿਓ। ਇਸ ਤੇ ਹੁਣ ਤਾਲਿਬਾਨ ਦੇ ਇੱਕ ਸਪੋਕਸਮੈਨ ਨੇ BBC ਨਾਲ ਗੱਲਬਾਤ ਕਰਦੇ ਹੋਏ ਕਹਿ ਦਿੱਤਾ ਕਿ ਦੇਖੋ, ਜੇ ਭਾਰਤ ਸਾਡੇ ਮਾਮਲੇ 'ਚ ਬੋਲਦਾ ਹੈ ਤੇ ਇੱਥੇ ਮਾਈਨੋਰਿਟੀਜ਼ ਦਾ ਉਹਨਾਂ ਨੂੰ ਫਿਕਰ ਹੈ, ਤੇ ਸਾਨੂੰ ਵੀ ਆਪਣੇ ਮੁਸਲਮਾਨ ਭਰਾਵਾਂ ਦਾ ਫਿਕਰ ਹੈ, ਤੇ ਕਸ਼ਮੀਰ ਦੇ ਬਾਰੇ ਅਸੀਂ ਵੀ ਬੋਲ ਸਕਦੇ ਹਾਂ। ਪਰ ਗੱਲ ਇੱਕ ਹੈ, ਕਸ਼ਮੀਰ ਦੇ ਬਾਰੇ ਉਹ ਕੀ ਬੋਲਣਗੇ? ਕੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਨਗੇ ਜਾਂ ਹੱਕਾਂ ਦੀ ਗੱਲ ਕਰਨਗੇ? ਬਿਲਕੁਲ ਠੀਕ ਹੈ। ਅੱਜ ਜੰਮੂ ਕਸ਼ਮੀਰ ਦੇ ਵਿੱਚ ਆਰਟੀਕਲ 370 ਦਾ ਮਾਮਲਾ, ਹੋਰ ਬਹੁਤ ਸਾਰੀਆਂ ਗੱਲਾਂ ਨੇ। ਸਰਕਾਰ ਨੂੰ ਅਸੀਂ ਭੰਡ ਸਕਦੇ ਹਾਂ ਜੀ, ਬਿਲਕੁਲ। ਪਰ ਜੇ ਅਸੀਂ ਹੱਕਾਂ ਦੀ ਗੱਲ ਕਰੀਏ, ਇੱਕ ਅਨਇਲੈਕਟਡ ਗਵਰਨਮੈਂਟ ਅਫਗਾਨਿਸਤਾਨ ਦੇ ਵਿੱਚ, ਜੋ ਵੋਟ ਨਾਲ ਨਹੀਂ ਬੰਦੂਕ ਦੀ ਨੋਕ ਤੇ ਬਣੀ ਹੋਈ ਹੈ, ਬਿਲਕੁਲ ਬਿਲਕੁਲ, ਉੱਥੇ ਲੋਕਾਂ ਦੀ ਕਿੰਨੀ ਕੁ ਸੁਣੀ ਜਾਵੇਗੀ? ਕੀ ਗਵਰਨਿੰਗ ਕੌਂਸਲ ਉਹਨਾਂ ਦੀ ਕੀ ਹੈ, ਉਹਨਾਂ ਦਾ ਫੋਰਨ ਮਿਨਿਸਟਰ ਕੌਣ ਹੈ, ਕਿਸ ਤਰ੍ਹਾਂ ਦਾ ਸਿਸਟਮ ਹੈ, ਸੈਕਟਰੀ ਲੈਵਲ ਦੀ ਕੀ ਐਜੂਕੇਸ਼ਨ ਹੈ, ਫੋਰਨ ਪਾਲਿਸੀ ਕੀ ਹੈ, ਫੋਰਨ ਟ੍ਰੇਡ ਕੀ ਹੈ, ਔਰ ਹਿਊਮਨ ਰਾਈਟਸ ਦਾ ਰਿਕਾਰਡ ਕੀ ਹੈ? ਜਿੱਥੇ ਉਹ ਇਹੋ ਜਿਹਾ ਹੋਵੇ ਤੇ ਉਹ ਫਿਰ ਕਸ਼ਮੀਰ ਤੇ ਗੱਲ ਕਰਨਗੇ। ਬਿਲਕੁਲ, ਇਹ ਵਾਜਬ ਜਾਪਦੀ ਨਹੀਂ। ਪਰ ਭਾਰਤ ਨੂੰ ਮੇਰਾ ਖਿਆਲ ਹੈ ਕੋਈ ਬਹੁਤਾ ਇਤਰਾਜ਼ ਵੀ ਨਹੀਂ ਇੱਥੇ ਹੋਣਾ। ਗੱਲ ਕਰ ਵੀ ਲੈਣ ਤੇ ਕੋਈ ਬਹੁਤਾ ਫਰਕ ਨਹੀਂ। ਹਾਂ, ਅੱਤਵਾਦੀ ਅੱਡੇ ਵਜੋਂ ਨਾ ਵਰਤਿਆ ਜਾਵੇ, ਭਾਰਤ ਦੀ ਤਸੱਲੀ ਇਸੇ ਗੱਲ 'ਚ ਰਹੇ ਜੀ। ਬਿਲਕੁਲ। ਤਾਲਿਬਾਨ ਦੇ ਵਿੱਚ ਹੁਣ ਜਿਹੜੇ ਲੜਾਕਿਆਂ ਦੀ ਸਰਕਾਰ ਬਣ ਚੁੱਕੀ ਹੈ, ਇਹਨੂੰ ਲੈ ਕੇ ਇਹ ਤਾਂ ਵਾਜਿਬ ਹੀ ਹੈ ਕਿ ਹਰੇਕ ਦੇਸ਼ ਹੈ ਜਿਹੜਾ ਉਹ ਕਿਤੇ ਨਾ ਕਿਤੇ ਜਾ ਕੇ ਫਿਕਰਮੰਦ ਤਾਂ ਹੋਏਗਾ ਹੀ। ਸੋ ਕੁਲਦੀਪ ਜੀ, ਤੁਸੀਂ ਸਟੂਡੀਓ ਵਿੱਚ ਆ ਕੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਅੱਜ ਦੀ ਵਿਚਾਰ ਚਰਚਾ। ਅੱਗੋਂ ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ਼੍ਰੀ ਅਕਾਲ।